ਪਿਛਲਾ ਵੀ ਲੱਭ ਗਿਆ ਸੀਗਾ। ਓਕੇ, ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਹਾਂ। ਕ੍ਰਿਸਮਸ ਦਾ ਵੱਡਾ ਤਿਉਹਾਰ, ਮੈਂ ਕਹਾਂਗਾ ਦੁਨੀਆ ਦਾ ਸਭ ਤੋਂ ਵੱਡਾ ਤਿਉਹਾਰ, ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ। ਦੁਨੀਆ ਭਰ ਵਿੱਚ ਜਿਹੜੇ ਲੋਕ ਕ੍ਰਿਸਚਨ ਨੇ, ਇਸ ਧਰਮ ਨੂੰ ਬਿਲੋਂਗ ਕਰਦੇ ਨੇ, ਉਹਨਾਂ ਤੇ ਮਨਾਉਣਾ ਹੀ ਹੁੰਦਾ। ਪਰ ਇਹ ਹੁਣ ਇੱਕ ਦੁਨੀਆ ਦਾ ਧਰਮ ਬਣ ਚੁੱਕਾ ਹੈ, ਵੱਡੇ ਬਾਬੇ ਦਾ ਧਰਮ ਕਹਿ ਲਓ। ਦੁਨੀਆ ਭਰ ਵਿੱਚ ਕ੍ਰਿਸਮਸ ਨੂੰ ਜਿਹੜਾ ਆ ਇੱਕ ਇਸ ਤਰ੍ਹਾਂ ਦੇ ਫੈਸਟੀਵਲ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ। ਸਾਰੀ ਦੁਨੀਆ ਨੂੰ ਉਡੀਕ ਰਹਿੰਦੀ ਆ ਕਿ ਦਸੰਬਰ ਦੇ ਉਹ ਦਿਨ 25 ਤਰੀਕ ਦੇ ਨੇੜੇ ਜਿਹੜੇ ਆਉਣੇ ਆ। ਅਤੇ ਇੱਕ ਤਾਂ ਸਾਡੇ ਇਹਨਾਂ ਜਿੱਥੇ ਵਰਕ ਕਲਚਰ ਬਹੁਤ ਜ਼ਿਆਦਾ ਆ ਸਾਡੇ ਮੁਲਕਾਂ ਦੇ ਵਿੱਚ, ਉਹਨਾਂ ਨੂੰ ਉਮੀਦ ਹੁੰਦੀ ਆ ਕਿ ਇਹਨਾਂ ਦਿਨਾਂ 'ਚ ਥੋੜ੍ਹਾ ਜਿਹਾ ਰਿਲੈਕਸ ਹੋਵਾਂਗੇ, ਕੁਝ ਕ੍ਰਿਸਮਸ ਦੀਆਂ ਹੌਲੀਡੇਜ਼ ਹੋਣਗੀਆਂ ਔਰ ਚਾਰੇ ਪਾਸੇ ਖੁਸ਼ੀ ਖੇੜੇ ਦਾ ਹੁੰਦਾ। ਜਿੱਥੇ ਵੀ ਆਪਾਂ ਅੱਜ ਕੱਲ੍ਹ ਜਾਂਦੇ ਹਾਂ, ਹੈਪੀ ਹੌਲੀਡੇਜ਼, ਮੈਰੀ ਕ੍ਰਿਸਮਸ ਦੇ ਸਾਨੂੰ ਜਿਹੜੇ ਸਲੋਗਨ ਮਿਲਦੇ ਨੇ, ਇੱਕ ਦੂਜੇ ਨੂੰ ਅਸੀਂ ਵਿਸ਼ ਕਰਦੇ ਹਾਂ। ਸੋ ਮੇਰੇ ਨਾਲ ਅੱਜ ਨੇ ਡਾਕਟਰ ਨਾਜ। ਅਸੀਂ ਕ੍ਰਿਸਮਸ ਦੇ ਉੱਤੇ ਹੀ ਗੱਲ ਕਰਨੀ ਆ ਕਿ ਦੁਨੀਆ ਦੇ ਇਸ ਵੱਡੇ ਤਿਉਹਾਰ ਦਾ ਰੰਗ ਰੂਪ ਕਿੱਦਾਂ ਬਦਲ ਰਿਹਾ ਆ, ਕੀ ਹੋ ਰਿਹਾ, ਕਿਸ ਤਰ੍ਹਾਂ ਕ੍ਰਿਸਮਸ ਮਨਾਈ ਜਾਇਆ ਕਰਦੀ ਸੀ ਪੁਰਾਣੇ ਸਮਿਆਂ 'ਚ, ਅੱਜ ਦੇ ਸਮੇਂ 'ਚ ਕਿੱਦਾਂ ਮਨਾਈ ਜਾਂਦੀ ਆ, ਅਤੇ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਆ, ਬਾਜ਼ਾਰ ਦਾ ਕੀ ਸੰਬੰਧ ਹੈ ਕ੍ਰਿਸਮਸ ਨਾਲ, ਅਤੇ ਦੁਨੀਆ ਦੇ ਹੋਰ ਜਿਹੜੇ ਧਰਮ ਨੇ ਉਹ ਇਹਨੂੰ ਕਿਸ ਤਰ੍ਹਾਂ ਲੈਂਦੇ ਆ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਜੀ, ਆਇਆਂ ਨੂੰ ਜੀ, ਵੈਲਕਮ। ਬਹੁਤ ਬਹੁਤ ਧੰਨਵਾਦ ਹਰਜੀਤ ਜੀ, ਆਪਣਾ ਪੁਰਾਣਾ ਰਿਸ਼ਤਾ ਯਾਰੀ ਦਾ। ਜੀ ਜੀ, ਤੇ ਜਦੋਂ ਤੁਸੀਂ ਹੁਕਮ ਕਰੋ, ਆਵਾਜ਼ ਮਾਰੋ, ਮੈਂ ਉਸੇ ਵਕਤ ਹਾਜ਼ਰ ਹੁੰਦਾ। ਹਾਂਜੀ, ਅਤੇ ਮੈਂ ਡਾਕਟਰ ਸਾਹਿਬ ਕ੍ਰਿਸਮਸ ਦੇ ਇਹਨਾਂ ਦਿਨਾਂ ਦੇ ਵਿੱਚ ਤਾਂ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰੀਦਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਕੋਲ ਅਸੀਂ ਸਿੱਖਣੀਆਂ ਹੁੰਦੀਆਂ ਨੇ ਕ੍ਰਿਸਮਸ ਦੇ ਸੰਬੰਧ ਵਿੱਚ। ਸੋ ਤੁਸੀਂ ਲਗਾਤਾਰ ਜੁੜਦੇ ਹੋ ਸਾਡੇ ਨਾਲ ਅਤੇ ਤੁਸੀਂ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੰਦੇ ਹੋ। ਤੁਹਾਡਾ ਬਹੁਤ 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 ਸ਼ੁਕਰੀਆ, ਧੰਨਵਾਦ। ਤੁਸੀਂ ਸਾਡੇ ਇੱਕ ਸੱਦੇ ਦੇ ਉੱਤੇ ਹੀ ਸਾਡੇ ਨਾਲ ਜਿਹੜਾ ਉਹ ਰਾਬਤਾ ਕਰ ਲੈਂਦੇ ਹੋ, ਬਹੁਤ ਮਿਹਰਬਾਨੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ, ਕ੍ਰਿਸਮਸ ਦਾ ਵੱਡਾ ਤਿਉਹਾਰ ਹੈ, ਦੁਨੀਆ ਭਰ ਦੇ ਮੁਲਕਾਂ 'ਚ ਮਨਾਇਆ ਜਾਂਦਾ। ਵੈਸੇ ਤਾਂ ਕਿਹਾ ਜਾਂਦਾ, ਜਿਵੇਂ ਸਿੱਖਾਂ ਬਾਰੇ ਕਿਹਾ ਜਾਂਦਾ ਕਿ ਹੁਣ ਹਰ ਮੁਲਕ 'ਚ ਇਹਨਾਂ ਦੀ ਪ੍ਰੈਜੈਂਸ ਆ, ਅਤੇ ਕ੍ਰਿਸਮਸ ਜਿਹੜੀ ਆ ਕ੍ਰਿਸਚਨਸ ਦੀ ਵੀ ਪ੍ਰੈਜੈਂਸ ਸਾਰੀ ਦੁਨੀਆ 'ਤੇ ਹੀ ਆ। ਮੇਰੇ ਖਿਆਲ 'ਚ ਮੁਸਲਿਮ ਮੁਲਕਾਂ 'ਚ ਵੀ ਕਿਤੇ ਨਾ ਕਿਤੇ ਕ੍ਰਿਸਚੀਅਨ ਲੋਕ ਹੈ, ਔਰ ਲੰਬੇ ਸਮੇਂ ਤੋਂ ਵੱਡਾ ਧਰਮ ਹੈ, ਪੁਰਾਣਾ ਧਰਮ ਹੈ, ਅਤੇ ਗਿਣਤੀ ਦੇ ਪੱਖ ਤੋਂ ਵੀ ਮੇਰੇ ਖਿਆਲ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਦੁਨੀਆ ਦੇ ਸਭ ਤੋਂ ਵੱਧ ਫਾਲੋਅਰ ਕ੍ਰਿਸਚੀਅਨ ਨੇ ਲੋਕ ਜਿਹੜੇ ਇਸ ਧਰਮ ਨੂੰ ਮੰਨਦੇ ਨੇ, ਸ਼ਾਇਦ ਉਸ ਤੋਂ ਬਾਅਦ ਮੁਹੰਮਡੀਅਨ ਹੋਣ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਲ ਕੇ ਦੁਨੀਆ ਨੂੰ ਇੱਕ ਬਹੁਤ ਵੱਡਾ ਜਿਹੜਾ ਇਹ ਧਰਮ ਹੈ ਉਹਦਾ ਸਾਨੂੰ ਇੱਕ ਮਿਲਦਾ ਹੈ ਜੀ ਰੂਪ ਰੇਖਾ। ਸੋ ਤੁਸੀਂ ਇਹਦੇ ਬਾਰੇ ਕੋਈ ਦੋ ਸ਼ਬਦ ਕਹਿਣਾ ਚਾਹੋਗੇ? ਵੈਸੇ ਤੁਸੀਂ ਬਿਲਕੁਲ ਠੀਕ ਹੀ ਕਿਹਾ, there are 2.7 ਬਿਲੀਅਨ ਹਾਂਜੀ, ਕ੍ਰਿਸਚਨਸ ਇਨ ਦਾ ਵਰਲਡ। ਅਤੇ ਇਹ ਗੱਲ ਉਹ ਪੂਰੀ ਹੋਈ ਕਿ ਜਿਹੜੀ ਕਈਆਂ ਸਦੀਆਂ ਤੋਂ, ਸਾਲਾਂ ਤੋਂ ਪਹਿਲੋਂ ਜਿਹੜੀ ਲਿਖੀ ਗਈ ਸੀ ਮਸੀਹ ਦੀ ਬਾਬਤ, ਇਬਰਾਹੀਮ ਨੂੰ ਇਹ ਹੁਕਮ ਮਿਲਿਆ ਸੀ, ਪ੍ਰਭੂ ਦਾ ਇੱਕ ਵਚਨ ਮਿਲਿਆ ਸੀ, ਤਾਂ ਉਹਨੂੰ ਕਿਹਾ ਸੀ ਕਿ ਤੇਰੀ ਜਿਹੜੀ ਰੂਪ ਰੇਖਾ, ਤੇਰੀ ਨਸਲ ਇੰਨੀ ਵਧੂਗੀ ਕਿ ਅਸਮਾਨ ਦੇ ਤਾਰਿਆਂ ਨੂੰ ਵੀ, ਤਾਰਿਆਂ ਤਾਂ ਗਿਣੇ ਜਾਣ ਪਰ ਉਹ ਨਹੀਂ ਗਿਣੀ ਜਾਏਗੀ, ਤੇ ਜ਼ਮੀਨ ਦੇ ਰੇਤ ਜ਼ਰਰੇ ਤਾਂ ਗਿਣੇ ਜਾਣ ਪਰ ਉਹ ਗਿਣੇ ਨਹੀਂ ਜਾਣਗੇ। ਤਾਂ ਮੈਂ ਸੋਚਦਾ ਕਿ ਇਹ ਗੱਲ ਇਬਰਾਹੀਮ ਦੇ ਹੁਕਮ ਦੇ ਮੁਤਾਬਕ ਸਹੀ ਸਾਬਤ ਹੋਈ। ਪਰ ਇਬਰਾਹੀਮ ਦਾ ਜਿਹੜਾ ਹੁਕਮ ਸੀ ਉਹ ਇਹ ਸੋਚਦਾ ਰਿਹਾ ਸੀ, ਇਹ the word Paul uses for it very strongly is that he was ignorant of this thing. ਉਹ ਸੋਚਦਾ ਸੀ ਕਿ ਇਹ ਸਾਰੇ ਦਾ ਸਾਰਾ ਸਿਲਸਿਲਾ ਜਿਹੜਾ ਇਹ ਯਹੂਦੀਆਂ ਲਈ ਹੈ, ਮਸੀਹ ਦਾ ਆਉਣਾ। ਪਰ ਅਸਲ ਵਿੱਚ ਇਹ ਸਾਰੀਆਂ ਕੌਮਾਂ ਨੂੰ ਜਿਹੜਾ ਸਭ ਤੋਂ ਵੱਡਾ ਤੁਸੀਂ ਕਹਿ ਲਓ ਮਲਟੀ ਕਲਚਰਲਿਜ਼ਮ ਆ, ਉਹ ਮਸੀਹ ਦਾ, ਖੁਦਾ ਦੇ ਨਾਂ ਦੇ ਹੁਕਮ ਦੇ ਮੁਤਾਬਕ ਮਸੀਹ ਦਾ ਪੈਦਾ ਹੋਣਾ ਇੱਕ ਮਲਟੀ ਕਲਚਰਲਿਜ਼ਮ ਸੀ, ਜਿਹਦੇ ਬਰਾਬਰ ਕੋਈ ਹੋਰ ਹੈ ਨਹੀਂ, ਕਿ ਦੁਨੀਆ ਦਾ ਹਰ ਧਰਮ, ਦੁਨੀਆ ਦੀ ਹਰ ਨੇਸ਼ਨ ਜਿਹੜੀ ਆ ਉਹਦੇ ਕਲਾਵੇ ਦੇ ਵਿੱਚ ਆ ਗਈ। ਅਤੇ ਅਸਲੀ ਗੱਲ ਇਹ ਵੀ ਆ ਸੋਚਣ ਵਾਲੀ ਕਿ ਅਸੀਂ ਕਦੇ ਵੀ ਇੱਦਾਂ ਨਹੀਂ ਸੋਚਦੇ ਕਿ ਮਸੀਹੀ ਧਰਮ ਦੇ ਵਿੱਚ ਇੱਕ ਐਸੀ ਹਾਇਰਾਰਕੀ ਜਾਂ ਇੱਕ ਵੱਡੇ ਧਰਮ ਦਾ, ਹੁਣ ਤਾਂ ਜਿਹੜੀ ਮੁਸੀਬਤ ਪਈ ਆ ਉਹ ਇਹੋ ਹੀ ਆ ਨਾ ਕਿ ਧਰਮ ਦੇ ਜਿਹੜੇ ਵੱਡੇ ਵੱਡੇ ਲੀਡਰ ਸੀ ਉਹਨਾਂ ਨੇ ਉੱਤੇ ਆਪਣੀ ਠੇਕਾਦਾਰੀ ਅਜ਼ਮਾ ਲਈ, ਭਾਵੇਂ ਕੋਈ ਵੀ ਧਰਮ ਹੋਵੇ। ਪਰ ਮਸੀਹੀ ਧਰਮ ਦੇ ਵਿੱਚ ਇਹ ਇੱਕ ਉਹਨਾਂ ਲੋਕਾਂ ਦਾ ਧਰਮ ਬਣ ਗਿਆ
ਜਿਨ੍ਹਾਂ ਦਾ ਜਾਂ ਉਹਨਾਂ ਲੋਕਾਂ ਦਾ ਗॉड ਬਣ ਗਿਆ ਜਿਨ੍ਹਾਂ ਦਾ ਕੋਈ ਗॉड ਨਹੀਂ ਸੀ। ਇਟਸ ਸਮਥਿੰਗ ਵੈਰੀ ਸਟ੍ਰੇਂਜ। ਜਦੋਂ ਇਹ ਸਾਰਾ ਕੁਝ ਤਬਦੀਲ ਹੋਇਆ, ਅੱਜ ਵੀ ਦੇਖੋ ਕੰਮਾਂ ਦੀਆਂ ਵੱਡੀਆਂ ਵੱਡੀਆਂ ਸਭਿਅਤਾਵਾਂ ਕਿਹੜੀਆਂ ਸੀਗੀਆਂ? ਈਜਿਪਟ ਦੀ ਸੀ, ਗ੍ਰੀਕ ਦੀ ਸੀ, ਇੰਡਸ ਵੈਲੀ ਸਿਵਲਾਈਜੇਸ਼ਨ, ਚਾਈਨਾ ਸਿਵਲਾਈਜੇਸ਼ਨ। ਪਰ ਜਿਹੜੇ ਯੂਰਪ ਦੇ ਲੋਕ ਸੀ ਇਹ ਤਾਂ, ਜਾਂ ਅਫਰੀਕਨ ਲੋਕ, ਇਹ ਤਾਂ ਸਾਰੇ ਦੇ ਸਾਰੇ ਜਾਹਿਲ ਜਾਂ ਟੱਪਰੀਵਾਸ ਸੀ, ਇਹਨਾਂ ਦਾ ਕੋਈ ਗॉड ਨਹੀਂ ਸੀ। ਬਟ ਜੀਸਸ ਬਿਕੇਮ ਗॉड ਆਫ ਦੈਮ। ਇਸ ਲਈ ਪ੍ਰਭੂ ਦਾ ਉਹ ਵਚਨ ਕਿ ਮੈਂ ਉਹਨਾਂ ਲਈ ਆਇਆ ਜਿਹੜੇ ਨਥਾਣੇ ਤੇ ਜਿਹੜੇ ਸਾਰੇ ਦੁਨੀਆ 'ਚੋਂ ਧਤਕਾਰੇ ਹੋਏ, ਛੱਡੇ ਹੋਏ, ਉਹਨਾਂ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਲੈਣ ਆਇਆ। 61 ਚੈਪਟਰ ਦੇ ਵਿੱਚ ਯਸਾਇਆ ਨਬੀ ਮਸੀਹ ਤੋਂ 700 ਸਾਲ ਪਹਿਲੋਂ ਪੈਦਾ ਹੋਇਆ। ਉਹ ਕੀ ਲਿਖਦਾ? ਕਹਿੰਦਾ ਮੈਂ ਆਇਆ, ਮਸੀਹ ਦੀ ਬਾਬਤ ਲਿਖਦਾ, ਦੇਖੋ 700 ਸਾਲ ਪਹਿਲੋਂ ਮੈਂ ਆਇਆ ਤਾਂ ਕਿ ਅੰਨ੍ਹਿਆਂ ਨੂੰ ਅੱਖਾਂ ਦੇਵਾਂ, ਬਿਮਾਰਾਂ ਨੂੰ ਆਪਣੇ ਨਾਲ ਸ਼ਿਫਾ ਬਖਸ਼ਾਂ। ਮੈਂ ਆਇਆ ਕਿ ਉਹਨਾਂ ਦੇ ਟੁੱਟੇ ਹੋਏ ਦਿਲਾਂ ਨੂੰ ਜੋੜਾਂ, ਕੈਦੀਆਂ ਨੂੰ ਰਿਹਾਈ ਦੇਵਾਂ, ਤੇ ਉਹ ਸਾਰੇ ਲੋਕ ਜਿਹੜੇ ਜ਼ੰਜੀਰਾਂ ਵਿੱਚ ਪਏ ਆ ਉਹਨਾਂ ਨੂੰ ਆਜ਼ਾਦ ਕਰਾਂ। ਮੇਰਾ ਖਿਆਲ ਹੈ ਜੇ ਮੈਨੂੰ ਕੋਈ ਇਹ ਪੁੱਛੇ ਕਿ ਮਸੀਹੀ ਧਰਮ ਦਾ ਸਭ ਤੋਂ ਵੱਡਾ ਡਾਕਟਰ ਕੀ ਆ, ਤੇ ਅਸਲ 'ਚ ਇਹ ਡਾਕਟਰ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਤੇ ਆਪਾਂ ਥੋੜ੍ਹਾ ਜਿਹਾ ਅੱਗੇ ਚੱਲੀਏ। ਮੈਂ ਤੁਹਾਡੇ ਕੋਲ ਬੇਸਿਕ ਚੀਜ਼ ਜਾਣਨੀ ਚਾਹੂੰਗਾ ਕਿ ਜਿਹੜਾ ਕ੍ਰਿਸਚੀਅਨ ਧਰਮ ਹੈ, ਇਹਦਾ ਮੁੱਢ ਵੱਜਿਆ, ਇਹਦੀ ਉਤਪਤੀ ਹੋਈ, ਕਾਰਨ ਹੁੰਦੇ ਹਰ ਚੀਜ਼ਾਂ ਦੇ ਕਿ ਕਿਉਂ ਇਹਦੀ ਜ਼ਰੂਰਤ ਪਈ। ਮੈਂ ਤੁਹਾਡੇ ਕੋਲ ਬੇਸਿਕ ਕਾਰਨ ਪੁੱਛੂੰਗਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਇਸ ਧਰਮ ਦੇ ਬਾਨੀ ਸੀ, ਜਿੱਦਾਂ ਅਸੀਂ ਸਿੱਖ ਧਰਮ ਬਾਰੇ ਕਹਿ ਦਿੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਫਾਊਂਡਰ ਆ, ਤੇ ਇੱਥੇ ਅਸੀਂ ਜਦੋਂ ਗੱਲ ਕਰਦੇ ਹਾਂ ਤੇ ਜੀਸਸ ਕ੍ਰਾਈਸਟ ਗੱਲ ਕਰਦੇ ਹਾਂ ਜੀਸਸ ਦੀ, ਤੇ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਕਿ ਇਸ ਧਰਮ ਦੀ ਉਹਨਾਂ ਸਮਿਆਂ 'ਚ ਜ਼ਰੂਰਤ ਕੀ ਸੀ ਤੇ ਕਿਸ ਤਰੀਕੇ ਨਾਲ ਇਸ ਧਰਮ ਦੀ ਉਤਪਤੀ ਹੋਈ, ਕਿਹੜੇ ਉਦੇਸ਼ ਲੈ ਕੇ ਇਹ ਧਰਮ ਜਿਹੜਾ ਆ ਇਹ ਧਰਤੀ ਤੇ ਲਿਆਂਦਾ ਗਿਆ। ਮੈਂ ਇਹ ਤੁਹਾਡੇ ਕੋਲ ਜਾਣਨਾ ਚਾਹੂੰਗਾ। ਗਿਲ ਸਾਹਿਬ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਵੀ ਹੈਵ ਟੂ ਨੋ ਦਾ ਹਿਸਟਰੀ। ਕੋਈ ਫਲਸਫਾ ਜਾਂ ਕੋਈ ਨੇਸ ਆ ਜਾਂ ਕੋਈ ਕੌਮ ਆ ਜਾਂ ਉਹਦਾ ਫਲਸਫਾ ਜਾਣਨ ਦੀ ਲੋੜ ਹੈ। ਹੁਣ ਫਲਸਫਾ ਇਹਦੇ ਵਿੱਚ ਆ ਕਿ ਇਬਰਾਨੀਆਂ ਦੀ ਕਿਤਾਬ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਪ੍ਰਭੂ ਹਿੱਸਾ ਬਹਿੱਸਾ ਤਰ੍ਹਾਂ ਤਰ੍ਹਾਂ ਦੇ ਤਰੀਕਾਕਾਰ ਨਾਲ ਪੈਗੰਬਰਾਂ ਦੇ ਜ਼ਰੀਏ, ਉਸਤਾਦਾਂ ਦੇ ਜ਼ਰੀਏ, ਗੁਰੂਆਂ ਦੇ ਜ਼ਰੀਏ ਸਾਡੇ ਨਾਲ ਗੱਲਾਂ ਕਰਦਾ ਰਿਹਾ। ਕਿਸ ਤਰ੍ਹਾਂ? ਮਿਸਾਲ ਦੇ ਤੌਰ 'ਤੇ ਮੈਂ ਬਾਬੇ ਨਾਨਕ ਦੀ ਗੱਲ ਕਰਦਾ ਕਿ ਉਹ ਕਿਸੇ ਯੂਨੀਵਰਸਿਟੀ 'ਚ ਨਹੀਂ ਗਏ। ਉਸ ਵੇਲੇ ਕੋਈ ਉੱਥੇ ਕ੍ਰਿਸਚੈਨਿਟੀ ਦਾ ਨਾਮ ਨਹੀਂ ਸੀ। 1469 'ਚੋਂ ਪੈਦਾ ਹੋਏ ਬਾਬਾ ਜੀ, ਪਰ ਉਹਨਾਂ ਨੂੰ ਬਾਈ ਰੈਵਲੇਸ਼ਨ, ਉਹਨਾਂ ਨੂੰ ਭਵਿੱਖਬਾਣੀ ਦਾ ਇਹ ਪਤਾ ਸੀ। ਕੀ ਕਹਿੰਦੇ ਕਿ ਸ਼ਬਦ ਤੋਂ ਹੀ ਸਾਰਾ ਅਪਾਰ ਹੋਇਆ ਜੋ ਸਾਡੇ ਸਾਹਮਣੇ ਨਜ਼ਰ ਆ ਰਿਹਾ। ਸ਼ਬਦੋਂ ਧਰਤੀ, ਸ਼ਬਦੋਂ ਆਕਾਸ਼, ਸਾਰਾ ਕੁਝ ਸ਼ਬਦ ਤੋਂ ਬਣਿਆ। ਹੁਣ ਸ਼ਬਦ ਦੇ ਦੋ ਇੱਥੇ ਰੂਪ ਰੇਖਾ। ਸ਼ਬਦ ਉਹ ਵੀ ਆ ਜਿਹੜਾ ਲਿਖਤੀ ਰੂਪ 'ਚ ਆ ਸਾਡੇ ਸਾਹਮਣੇ, ਜਿੱਦਾਂ ਸਾਡੀਆਂ ਕਿਤਾਬਾਂ। ਨਾ ਸਿਰਫ ਮੈਂ ਧਾਰਮਿਕ ਕਿਤਾਬਾਂ ਦੀ ਗੱਲ ਕਰਦਾ, ਮੈਂ ਕਹਿੰਦਾ ਕਿ ਦੁਨੀਆ ਦਾ ਹਰ ਫਲਸਫਾ, ਦੁਨੀਆ ਦਾ ਹਰ ਸਾਇੰਸ, ਜੋ ਕੁਝ ਲਿਖਿਆ ਗਿਆ ਉਹ ਸਾਰਾ ਸ਼ਬਦ ਹੈ, ਉਹਦੇ ਨਾਲ ਹੀ ਸਭ ਕੁਝ ਬਣਿਆ। ਤਾਂ ਸ਼ਬਦ ਜਿਹੜਾ, ਜਿਹਨੂੰ ਕਲਾਮ ਕਹਿੰਦੇ, ਇਬਰਾਨੀ ਲੋਕ ਉਹਨੂੰ ਕਹਿੰਦੇ ਆ ਕਲਾਮ। ਕਲਾਮ ਦਾ ਮਤਲਬ ਹੈ ਜਿਹੜਾ ਸ਼ਬਦ ਪ੍ਰਭੂ ਦੇ ਮੁਖਾਰ ਚੋਂ ਨਿਕਲਿਆ, ਤੇ ਗੁਰੂ ਨਾਨਕ ਦੇਵ ਜੀ ਵੀ ਉਹੀ ਗੱਲ ਕਰ ਰਹੇ। ਪਰ ਕਲੀਮ ਜਿਹੜਾ ਲਫ਼ਜ਼ ਹੈ, ਇੱਕ ਹੋਰ ਉਹਦਾ ਪਾਰਟ ਹੈ। ਕਲੀਮ ਦਾ ਮਤਲਬ ਹੈ ਉਹ ਦੇਹਧਾਰੀ ਰੂਪ ਜਿਹੜਾ ਯਿਸੂ ਮਸੀਹ ਸੀ, ਉਹਨੂੰ ਕਲੀਮ ਕਹਿੰਦੇ। ਕਲੀਮਾ, ਕਲਾਮ ਔਰ ਕਲੀਮਾ ਦੇ ਵਿੱਚ ਬਹੁਤ ਫਰਕ ਆ। ਕਲਾਮ ਉਹ ਪਵਿੱਤਰ ਸ਼ਬਦ ਹੈ ਜਿਹੜੇ ਪ੍ਰਭੂ ਦੇ ਮੁਖਾਰ ਚੋਂ ਨਿਕਲੇ। ਕਲੀਮਾ ਉਹ ਹੈ ਜਦੋਂ ਦੇਹਧਾਰੀ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਿਹੜੀ ਯਹੂਦੀ ਧਰਮ ਆ ਜਾਂ ਗ੍ਰੀਕ ਆ, ਇਹ ਸਿਵਲਾਈਜੇਸ਼ਨ ਜਿਹੜੀ ਯਹੂਦੀ, ਉਹ ਸਭ ਤੋਂ ਪੁਰਾਣੀ ਸਿਵਲਾਈਜੇਸ਼ਨ। ਉਹਦੇ 'ਚ ਜਦੋਂ ਉਹ ਯਹੋਵਾ ਦਾ ਨਾਂ ਲੈਂਦੇ, ਤੁਸੀਂ ਨਾਂ ਤਾਂ ਸੁਣੇ ਹੋਣਾ, ਯਹੋਵਾ ਕਹਿੰਦੇ। ਕਿਉਂ ਜੀ ਡਾਕਟਰ ਸਾਹਿਬ? ਹਰਜੀਤ ਜੀ, ਯਹੋਵਾ ਦਾ ਅਸਲ ਦੇ ਵਿੱਚ ਲਫ਼ਜ਼ ਹੈ ਯਹਵਾ। ਯਹਵਾ ਇਜ਼ Joshua. Joshua is Yeshua.
ਐਂਡ ਯਸ਼ੂਆ ਇਜ਼ ਯਸੂ ਮਸੀਹ, ਜੀਸਸ ਕ੍ਰਾਈਸਟ। ਇਸ ਲਈ ਬਿਗਨਿੰਗ ਤੋਂ ਹੀ ਉਹ ਮਸੀਹ ਨੂੰ ਮੰਨਦੇ ਸੀ। ਬੇਸ਼ੱਕ ਉਸ ਵਕਤ ਉਹ ਰੂਪ ਰੇਖਾ ਉਹਦੀ ਸਾਡੇ ਸਾਹਮਣੇ ਬੜੀ ਕਲੀਅਰ ਨਹੀਂ ਸੀ, ਸਾਫ਼ ਨਹੀਂ ਸੀ, ਪਰ ਜੋ ਕੁਛ ਵੀ ਲਿਖਿਆ ਗਿਆ, ਜੋ ਕੁਛ ਵੀ ਉਹਦੀ ਬਾਬਤ ਜਾਣਿਆ ਜਾ ਸਕਦਾ, ਯੂਹੰਨਾ ਰਸੂਲ ਆਪਣੀ ਇੰਜੀਲ ਵਿੱਚ ਲਿਖਦਾ, ਕਹਿੰਦਾ ਪ੍ਰਭੂ ਨੂੰ ਅਸੀਂ ਅੱਖਾਂ ਨਾਲ ਵੇਖਿਆ, ਨੇੜੇ ਹੋ ਕੇ ਵੇਖਿਆ ਤੇ ਹੱਥਾਂ ਨਾਲ ਛੂਹ ਕੇ ਵੇਖਿਆ। ਹੁਣ 66 ਕਿਤਾਬਾਂ ਦੇ ਵਿੱਚੋਂ ਤੁਸੀਂ ਜੇ ਉਹ ਜਿਹੜੀਆਂ ਬਾਈਬਲ ਵਿੱਚ ਲਿਖੀਆਂ, ਉਹ ਮੈਂ ਇਹ ਕਹਿਣਾ ਹੁੰਦਾ ਕਿ ਇੱਕ ਜੇ ਪੁਰਜ਼ਾ ਵੀ ਬਾਈਬਲ ਦਾ ਪਾੜ ਕੇ ਦੇਖੋ ਤਾਂ ਉਹਦੇ 'ਚੋਂ ਜੀਸਸ ਕ੍ਰਾਈਸਟ ਦਾ ਨਾਂ ਹੀ ਨਜ਼ਰ ਆਊਗਾ, ਉਹਦਾ ਖੂਨ ਹੀ ਟਪਕੇਗਾ। ਇਹ ਸੀ ਕਿ ਉਹਨਾਂ ਵਕਤਾਂ ਦੇ ਵਿੱਚ ਜੀਸਸ ਪੁਰਾਣੇ ਜਿਹੜਾ ਪ੍ਰਭੂ ਦਾ ਵਚਨ ਸੀ ਉਹਦੇ ਵਿੱਚ ਉਹ ਛੁਪਿਆ ਸੀ, ਨਵੇਂ ਦੇ ਵਿੱਚ ਉਹ ਆਸ਼ਕਾਰਾ ਜਾਂ ਉਹ ਸਾਡੇ ਸਾਹਮਣੇ ਹਾਜ਼ਰ ਹੋ ਗਿਆ। ਪਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜਾ ਜੇ ਤਾਂ ਮੋਟੀ ਜੀ ਗੱਲ ਆ ਕਿ ਜੇ ਤੇ ਸਾਰਾ ਕੁਝ ਝੂਠ ਆ, C.S. ਲੂਇਸ ਇੱਕ ਬਹੁਤ ਹੀ ਵੱਡਾ ਸਕਾਲਰ ਹੋਇਆ, ਉਹ ਲਿਖਦਾ, ਕਹਿੰਦਾ ਈਦਰ ਜੀਸਸ ਕ੍ਰਾਈਸਟ ਇਜ਼ ਏ ਲਾਇਰ ਔਰ ਅ ਲੂਨੇਟਿਕ ਔਰ ਹੀ ਇਜ਼ ਏ ਲਾਰਡ ਆਫ ਲਾਰਡ। ਕਹਿੰਦਾ ਸਾਨੂੰ ਇਹ ਮੰਨ ਕੇ ਚੱਲਣੀ ਪਊ, ਜਾਂ ਤਾਂ ਝੂਠ ਬੋਲਦਾ, ਬਕਵਾਸ ਕਰਦਾ, ਤੇ ਜਾਂ ਫਿਰ ਉਹ ਖੁਦਾ। ਸਾਨੂੰ ਇਹ ਮੰਨ ਕੇ ਗੱਲ ਸਮਝਣੀ ਪਈ। ਔਰ ਇਹੀ ਵਜ੍ਹਾ ਕਿ ਅੱਜ ਦੁਨੀਆ ਦੇ ਉੱਤੇ ਜਿਨ੍ਹਾਂ ਲੋਕਾਂ ਦਾ ਕੋਈ ਖੁਦਾ ਨਹੀਂ ਸੀ, ਯਿਸੂ ਮਸੀਹ ਉਹਦਾ ਖੁਦਾ ਬਣ ਗਿਆ। ਕਿਤੇ ਅੱਜ ਵੀ ਜਦੋਂ ਇਹ ਲਿਖਿਆ ਸੀ ਕਿ ਤੇਰਾ ਰਾਜ, ਇਬਰਾਹੀਮ ਨਾਲ ਪ੍ਰਭੂ ਦਾ ਇਹ ਵਚਨ ਸੀ ਕਿ ਤੇਰੇ ਰਾਜ ਦਾ ਕੋਈ ਦੁਨੀਆ ਤੇ ਅੰਤ ਨਹੀਂ ਹੋਊਗਾ, ਤੇ ਅਸੀਂ ਦੇਖਿਆ ਆਪਣੇ ਸਾਹਮਣੇ ਨਹੀਂ ਅੰਤ ਹੈ। ਯਿਸੂ ਮਸੀਹ ਨੇ ਜੇ ਕਿਹਾ ਸੀ ਕਿ ਆਮ ਦ ਲਾਈਟ ਆਫ ਦ ਵਰਲਡ, ਤੇ ਲਾਈਟ ਵਿਦਵਤਾ ਦੇ ਲਿਹਾਜ਼ ਦੇ ਨਾਲ ਇੱਥੇ ਹੀ ਆ। ਦੁਨੀਆ ਦਾ ਸਾਰਾ ਇਲਮ, ਦੁਨੀਆ ਦੀਆਂ ਸਾਰੀਆਂ ਯੂਨੀਵਰਸਿਟੀਆਂ ਇੱਥੇ ਆ। ਜੇ ਉਹਨੇ ਕਿਹਾ ਮੈਂ ਜ਼ਿੰਦਗੀ ਦਾ ਸੱਚ ਚਸ਼ਮਾ, ਤੇ ਦੁਨੀਆ ਦਾ ਪਾਣੀ ਵੀ ਇੱਥੇ ਹੀ ਆ। ਜੇ ਦੁਨੀਆ ਦਾ ਸਾਰਾ ਇਲਮ ਇੱਥੇ ਆ, ਐਂਡ ਪ੍ਰੈਕਟੀਕਲੀ ਸਪੀਕਿੰਗ ਜੋ ਕੁਛ ਵੀ ਯਿਸੂ ਮਸੀਹ ਨੇ ਦਿੱਤਾ, ਇਹਨਾਂ ਲੋਕਾਂ ਨੇ ਦਿੱਤਾ। ਰੋਟੀ ਉਹਨੇ ਕਿਹਾ ਆਮ ਦਾ ਬ੍ਰੈਡ ਆਫ ਲਾਈਫ, ਇਟ ਇਜ਼ ਦੇਅਰ। ਦੁਨੀਆ ਸਾਰੀ ਜਿਹੜੀ ਉਹ ਕਿਉਂ ਇੱਥੇ ਆਉਣਾ ਚਾਹੁੰਦੀ ਹੈ? ਇਸ ਲਈ ਨਹੀਂ ਕਿ ਉਹਨਾਂ ਨੂੰ ਚੰਗਾ ਲੱਗਦਾ, ਪਰ ਇਸ ਲਈ ਜ਼ਿੰਦਗੀ ਦੀਆਂ ਬਾਕੀ ਜ਼ਰੂਰਤਾਂ ਜਿਹੜੀਆਂ ਉਹ ਤਾਂ ਪੂਰੀਆਂ ਹੁੰਦੀਆਂ ਨਾ। ਅੱਛਾ, ਮੈਂ ਜ਼ਿਆਦਾ ਬੋਲ ਗਿਆ ਹਰਜੀਤ ਜੀ। ਨਹੀਂ ਡਾਕਟਰ ਸਾਹਿਬ, ਬਹੁਤ ਵਧੀਆ ਜ਼ਰੂਰੀ ਗੱਲਾਂ ਨੇ ਜਿਹੜੀਆਂ ਸਾਨੂੰ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਨਹੀਂ ਪਤਾ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰੀ ਗੱਲ ਸਮਝਾ ਰਹੇ ਹੋ। ਅੱਛਾ ਡਾਕਟਰ ਸਾਹਿਬ, ਜੇ ਆਪਾਂ ਦੁਬਾਰਾ ਮੈਂ ਤੁਹਾਡੇ ਕੋਲ ਜਾਣਾ ਚਾਹੁੰਦਾ ਆ ਕਿ ਮੈਂ ਇੱਕ ਸਵਾਲ ਆ ਹੋਵੇ ਭਾਵੇਂ ਬਚਕਾਨਾ ਹੀ ਲੱਗੇ ਤੁਹਾਨੂੰ, ਕਿ ਕ੍ਰਿਸਚਨ ਭਾਈਚਾਰਾ ਜੀਸਸ ਨੂੰ ਗॉड ਮੰਨਦਾ ਹੈ ਜਾਂ ਗॉड ਦਾ ਭੇਜਿਆ ਹੋਇਆ ਫਰਿਸ਼ਤਾ ਮੰਨਦਾ, ਜਾਂ ਕੋਈ ਪੈਗੰਬਰ ਜਾਂ ਕੋਈ ਆਗੂ? ਉਹਨਾਂ ਨੂੰ ਕਿਸ ਰੂਪ ਚ ਜਾਣਦੇ ਆ? ਉਹ ਕੀ ਉਹ ਖੁਦ ਭਗਵਾਨ ਸੀਗੇ, ਖੁਦ ਗॉड ਸੀਗੇ? ਤੁਹਾਡਾ ਬਹੁਤ ਸੋਹਣਾ ਸਵਾਲ ਹੈ। ਯੂਹੰਨਾ ਰਸੂਲ ਉਹ ਸ਼ਬਦ ਕਹਿੰਦਾ ਜਿਹੜੇ ਬਾਬੇ ਨਾਨਕ ਨੇ ਮੈਂ ਬਿਗਨਿੰਗ ਚ ਦੱਸੇ ਸੀ। ਹਾਂਜੀ, ਕਿ ਸ਼ਬਦੋਂ ਧਰਤੀ, ਸ਼ਬਦੋਂ ਆਕਾਸ਼, ਸਭ ਕੁਝ ਸ਼ਬਦ ਤੋਂ ਬਣਿਆ। ਯੂਹੰਨਾ ਰਸੂਲ ਉਹਨਾਂ ਤੋਂ 1400 ਸਾਲ ਪਹਿਲਾਂ ਇਹ ਲਿਖਦਾ, ਕਹਿੰਦਾ ਆਰੰਭ ਵਿੱਚ ਸ਼ਬਦ ਸੀ। ਜਿਹੜਾ ਵਰਡ ਹੈ ਨਾ ਕਲੀਮ, ਕਲੀਮਾ ਤੇ ਕਲਾਮ, ਉਹਦੇ ਚ ਫਰਕ ਹੈ। ਸ਼ਬਦ ਇਸ ਵੇਲੇ ਉਹ ਕਿਹਨੂੰ ਕਹਿ ਰਿਹਾ? ਸ਼ਬਦ ਯਿਸੂ ਮਸੀਹ ਨੂੰ ਕਹਿ ਰਿਹਾ। ਤੇ ਜੋ ਕੁਛ ਵੀ ਬਣਿਆ, ਜੋ ਕੁਛ ਵੀ ਸਾਨੂੰ ਨਜ਼ਰ ਆਉਂਦਾ, ਉਹ ਉਸ ਸ਼ਬਦ ਨੇ, that was Jesus Christ he made, and he was God, he was ਸ਼ਬਦ himself। ਔਰ ਮੈਂ ਸੋਚਦਾ ਕਿ ਇਹੋ ਹੀ ਵਜ੍ਹਾ 10ਵੇਂ ਪਹਿਲੇ ਚੈਪਟਰ 'ਚ 10ਵੀਂ ਆਇਤ 'ਚ ਲਿਖਦਾ ਕਿ ਜੋ ਕੁਛ ਵੀ ਇਸ ਧਰਤੀ ਦੇ ਬਣਿਆ ਤੇ ਇਸ ਧਰਤੀ ਦਾ ਰਚੇਤਾ ਉਹ ਯਿਸੂ ਮਸੀਹ ਸੀ। ਇਸ ਲਈ ਅਸੀਂ ਇਹ ਮੰਨਦੇ ਕਿ ਗॉड, ਦੇਖੋ ਜਿਹੜੀ ਆ ਨਾ ਵਿੱਚ ਗੱਲ, ਉਹ ਇਹ ਕਿ ਸਾਰੀ ਦੁਨੀਆ ਜਦੋਂ ਪ੍ਰਭੂ ਨੇ, ਜਦੋਂ ਸਾਡੇ ਸਾਰੇ ਪੈਗੰਬਰ ਤੇ ਗੁਰੂ ਵੀ ਇਹ ਕਹਿੰਦੇ ਕਿ ਪ੍ਰਭੂ ਨੇ ਆਪਣੀ ਸ਼ਕਲ ਤੇ, ਆਪਣੇ ਨੂਰ ਤੇ, ਆਪਣੇ ਪ੍ਰਕਾਸ਼ ਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ। ਪਰ ਕੁਛ ਨਾ ਕੁਛ ਤਾਂ ਹੋਇਆ ਕਿ ਉਹ ਇਨਸਾਨ ਜਿਹੜਾ ਸੀਗਾ, ਮਨੁੱਖ ਸੀ, ਉਹ ਪ੍ਰਭੂ ਤੋਂ ਵਿਛੜ ਗਿਆ। ਉਸ ਰੈਕਨਸੀਲੀਏਸ਼ਨ ਨੂੰ ਜੋੜਨ ਲਈ that was a medium, that was the middleman, that was Jesus Christ। ਔਰ ਪ੍ਰਭੂ ਨੇ ਆਪ ਦੇਹਧਾਰੀ ਹੋ ਕੇ ਇਸ ਧਰਤੀ ਦੇ ਉੱਤੇ ਆ ਕੇ ਇਨਸਾਨ ਨੂੰ, ਜਦੋਂ ਉਹਨੂੰ ਅਸੀਂ ਕਹਿੰਦੇ ਕਿ ਉਹ ਖੁਦਾ ਦਾ ਬੇਟਾ, ਤੇ ਮਤਲਬ ਕਿ ਜਿੰਨੇ ਵੀ ਅਸੀਂ ਲੋਕ ਹਾਂ,
no matter they are Sikh or Jain or Buddhist or ਜੋ ਦੁਨੀਆ ਦੇ ਲੋਕ ਜਿਹੜੇ ਨਹੀਂ ਵੀ ਮੰਨਦੇ ਪ੍ਰਭੂ ਨੂੰ, ਉਹਨੇ ਪ੍ਰਭੂ ਦੇ ਨਾਲ ਆਪਣੇ ਜਿਸਮ ਦੇ ਵਿੱਚ ਉਹਨਾਂ ਦਾ ਮੇਲ ਕਰਾਤਾ ਤਾਂ ਕਿ ਖੁਦਾ ਦੀ ਪਾਕੀਜ਼ਗੀ, ਉਸ ਦੀ ਪਵਿੱਤਰਤਾ ਤੇ ਇਨਸਾਨ ਦਾ ਗੰਦ ਜਿਹੜਾ ਉਹ ਇੱਕ ਹੋ ਜਾਏ ਤੇ ਪ੍ਰਭੂ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ, ਕਿਉਂਕਿ ਪ੍ਰਭੂ ਨੇ ਉਹਨੂੰ ਆਪਣੀ ਸ਼ਕਲ ਤੇ ਬਣਾਇਆ, ਆਪਣੀ ਸ਼ਬੀਹ ਤੇ ਬਣਾਇਆ, ਆਪਣੇ ਵਰਗਾ ਬਣਾਇਆ ਤਾਂ ਕਿ ਉਹ ਉਹਦੇ ਨਾਲ ਮਿਲ ਜਾਏ। ਜੀ ਅੱਛਾ ਡਾਕਟਰ ਸਾਹਿਬ, we call him God, not the messenger of God. ਓਕੇ, ਠੀਕ, ਬਿਲਕੁਲ ਠੀਕ ਕਹਿ ਰਹੇ ਹੋ। ਅੱਛਾ ਡਾਕਟਰ ਸਾਹਿਬ, ਮੈਂ ਇਹ ਸ਼ਬਦ ਜੀਸਸ ਕ੍ਰਾਈਸਟ, ਇਹ ਸ਼ਬਦ ਦੀ ਉਤਪਤੀ ਕਿੱਥੋਂ ਹੋਈ, ਇਹ ਨਾਂ ਕਿੱਥੋਂ ਮਿਲਿਆ ਉਹਨਾਂ ਨੂੰ? ਮੈਂ ਥੋੜਾ ਜਿਹਾ ਪਹਿਲਾਂ ਦੱਸਿਆ ਸੀ, ਜਿਹੜਾ ਲਫ਼ਜ਼ ਹੈ ਨਾ ਕ੍ਰਾਈਸਟ, ਇਹ ਗ੍ਰੀਕ ਵਰਡ ਲੋਕਾਂ ਨੇ ਕੜਿਆ। ਕ੍ਰਾਈਸਟ ਦਾ ਮਤਲਬ ਕਿਸਟੋਸ ਕਹਿੰਦੇ, ਕਿਸਟੋਸ ਮੈਨੇ ਰਿਡੀਮਰ, ਬਚਾਉਣ ਵਾਲਾ, ਨਿਜਾਤ ਦੇਣ ਵਾਲਾ। ਜਿਹੜਾ ਲਫ਼ਜ਼ ਯਸ਼ੂਆ, ਉਹ ਮੈਂ ਉਹੀ ਦੱਸੇ ਸੀ ਨਾ ਲਫ਼ਜ਼ ਕਿ ਯਹੋਵਾ ਜਿਹੜਾ ਜਿਹਨੂੰ ਉਹ ਗॉड ਕਹਿੰਦੇ ਆ ਯਹੂਦੀ ਲੋਕ, ਯਹੋਵਾ ਇਜ਼ ਯਸ਼ੂਆ, ਯਸ਼ੂਆ ਇਜ਼ ਯਸ਼ੂ, ਜਿਹੜਾ ਆਉਣ ਵਾਲੇ ਵਕਤ 'ਚ ਜ਼ਬਾਨਾਂ ਦੇ ਵਿੱਚ ਯਸ਼ੂ ਇਜ਼ ਯਸੂ ਮਸੀਹ, ਮਸਾਇਆ ਜਿਹਨੂੰ ਉਹਦਾ ਇੰਤਜ਼ਾਰ ਕਰਦੇ ਸੀ ਯਹੂਦੀ ਲੋਕ, ਮਸਾਇਆ ਇਜ਼ ਮਸੀਹਾ, ਜਾਂ ਸਾਨੂੰ ਬਚਾਉਣ ਵਾਲਾ ਜਾਂ ਸਾਨੂੰ ਆਜ਼ਾਦ ਕਰਨ ਵਾਲਾ। ਹੁਣ ਆ ਜਿਹੜੀ ਸਾਡੇ ਸਾਹਮਣੇ ਕਿਸਟੈਂਡਮ ਹੈ, ਇਹਨੂੰ ਮੈਂ ਇਹ ਨਹੀਂ ਕਹੂੰਗਾ ਕਿ ਇਹ ਪਰਫੈਕਟ ਵਨ, ਪਰ ਇਟਸ ਨਾਟ ਕਿੰਗਡਮ ਆਫ ਗॉड, ਬਟ ਇਟ ਇਜ਼ ਕਿਸਟੈਂਡਮ, ਜਿਹਦੇ 'ਚ ਸਾਰੀਆਂ ਖਾਮੀਆਂ, ਕਮਜ਼ੋਰੀਆਂ, ਇੱਕ ਸਿੰਬਲਿਜ਼ਮ ਆ ਕਿ ਆਉਣ ਵਾਲੇ ਵਕਤ ਦੇ ਵਿੱਚ ਕਿਸ ਕਿਸਮ ਦਾ ਕਿੰਗਡਮ ਆਫ ਗॉड, ਜਿਹਨੂੰ ਅਸੀਂ ਖਾਲਿਸਤਾਨ ਵੀ ਕਹਿੰਦੇ ਹਾਂ। ਆਈ ਆਲਵੇਜ਼ ਸੇ ਇਟ, ਖਾਲਿਸਤਾਨ ਦਾ ਮਤਲਬ ਇਹੋ ਹੀ ਹੈ ਕਿ ਖਾਲਿਸ, ਹੂ ਇਜ਼ ਖਾਲਿਸ, ਜਿੰਨੇ ਅਸੀਂ ਪੈਦਾ ਹੋਏ ਅਸੀਂ ਕੋਈ ਖਾਲਿਸ ਨਹੀਂ, ਪਰ ਉਹ ਜਿਹੜਾ ਪ੍ਰਭੂ ਦੀ ਰੂਹ ਤੋਂ ਪੈਦਾ ਹੋਇਆ, ਹੀ ਇਜ਼ ਖਾਲਿਸ, ਦੈਟ ਇਜ਼ ਜੀਸਸ ਕ੍ਰਾਈਸਟ। ਜੀ ਬਿਲਕੁਲ ਠੀਕ। ਅੱਛਾ ਡਾਕਟਰ ਸਾਹਿਬ, ਥੋੜਾ ਜਿਹਾ ਆਪਾਂ ਹੋਰ ਅੱਗੇ ਵਧੀਏ, ਜਿਹੜੀ ਮੈਂ ਇੱਕ ਬੇਸਿਕ ਸਵਾਲ ਹੋਰ ਪੁੱਛਣਾ, ਫਿਰ ਅੱਗੇ ਜਾਣਾ ਮੈਂ ਬਾਈਬਲ ਵਾਲੇ ਪਾਸੇ। ਇੱਕ ਬੇਸਿਕ ਸਵਾਲ ਪੁੱਛੋ, ਅੱਜ ਮੈਂ ਐਟ ਯੂਰ ਡਿਸਪੋਜ਼ਲ। ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ, ਕਿਉਂਕਿ ਬਹੁਤ ਸਾਰੀਆਂ ਜਿਹੜੇ ਭੇਦ ਹੁੰਦੇ ਆ ਧਰਮ ਦੇ, ਅਧਿਆਤਮਵਾਦ ਦੇ, ਉਹ ਸਾਡੇ ਤੱਕ ਸਹੀ ਰੂਪ 'ਚ ਪਹੁੰਚਦੇ ਨਹੀਂ ਗਏ। ਅਸਲ 'ਚ ਆਪਾਂ ਉਹਨੂੰ ਓਪਰੀ ਤਹਿ ਤੋਂ ਦੇਖਦੇ ਹਾਂ ਤੇ ਇਸ ਕਰਕੇ ਕਈ ਚੀਜ਼ਾਂ ਦੀ ਸਮਝਦਾਰੀ ਨਹੀਂ ਬਣਦੀ। ਤੇ ਤੁਹਾਡੇ ਵਰਗੇ ਲੋਕ ਜਦੋਂ ਡੈਪਥ ਜਾਂਦੇ, ਮੈਂ ਤੁਹਾਡੇ ਬਾਰੇ ਕਹਿਣਾ ਹੁੰਦਾ ਡਾਕਟਰ ਸਾਹਿਬ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ ਪੁਰਾਣਾ, ਕਿ ਸਿੱਖ ਧਰਮ ਦੀਆਂ ਉਲਝਣਾਂ ਵੀ ਜਦੋਂ ਕਿਸੇ ਗ੍ਰੰਥੀ ਕੋਲੋਂ, ਕਿਸੇ ਪ੍ਰਚਾਰਕ ਕੋ ਪੁੱਛੀਏ ਨਾ ਸੁਲਝਣ, ਤੇ ਡਾਕਟਰ ਨਾਜ਼ ਉਹਦਾ ਬੜਾ ਸਹਿਜ ਵਿੱਚ ਹੀ ਉਹਦਾ ਜਵਾਬ ਦੇ ਦਿੰਦੇ ਆ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਧਰਮਾਂ ਦੇ ਜਿਹੜੇ ਆ, ਇਹ ਸਾਰੇ ਧਰਮਾਂ ਦੀ ਕੰਪੈਰੀਟਿਵ ਸਟੱਡੀ ਵੀ ਕੀਤੀ ਆ ਤੇ ਉਹਦੇ ਬਾਰੇ ਬੜੀਆਂ ਬਰੀਕ ਬੀਨੀ ਨਾਲ ਚੀਜ਼ਾਂ ਨੂੰ ਸਮਝਦੇ ਹੋ, ਜਾਣਦੇ ਹੋ। ਹੁਣ ਮੈਂ ਤੁਹਾਨੂੰ ਮੋਟੀ ਜਿਹੀ ਗੱਲ ਦੱਸਦਾ ਹਰਜੀਤ ਜੀ, ਹਾਂਜੀ, ਕਿ ਜਦੋਂ ਅਸੀਂ ਇਹ ਗਾਨ ਗੁਰੂ ਨਾਨਕ ਦੇਵ ਜੀ ਗਾ ਰਹੇ ਕਿ ਅਸਮਾਨ ਦੇ ਉੱਤੇ ਵਾਜੇ ਵਜੇ ਤੇ ਮਤਲਬ ਸਾਰਾ ਕੁਛ ਹੋਇਆ, ਤਾਂ ਗਾਇਨ ਕਰਦੇ ਸੀ ਫਰਿਸ਼ਤੇ। ਹੁਣ ਉਹ ਤੇ ਆਪਣੇ ਆਪ ਨੂੰ ਗॉड ਨਹੀਂ ਕਹਿੰਦੇ, ਪਰ ਕਦੀ ਇਹ ਸਵਾਲ ਨਹੀਂ ਕਰਦੇ ਸੀ ਕਿ ਉਹ ਕਿਹੜੀ ਬਾਬਤ ਲਿਖਿਆ ਗਿਆ। ਮਿਸਾਲ ਦੇ ਤੌਰ ਤੇ ਭੂਪਨ ਕੇ ਭੂਪ ਹੋ, ਰਾਜਾ ਬਲੀਦਾਨ ਹੋ, ਇਹ 10ਵੇਂ ਗ੍ਰੰਥ ਦੇ ਵਿੱਚ ਆ। ਭੂਪਨ ਕੇ ਭੂਪ, ਯੂ ਆਰ ਕਿੰਗ ਆਫ ਕਿੰਗਸ, ਹੀ ਸਟੇਟਵੇ ਸੇਇੰਗ ਕਿ ਯਿਸੂ ਮਸੀਹ ਇਜ਼ ਦ ਕਿੰਗ ਆਫ ਕਿੰਗਸ। ਭੂਪਨ ਕੇ ਭੂਪ ਹੋ, ਰਾਜਾ ਬਲੀਦਾਨ ਹੋ, ਬਲੀਦਾਨ ਜਿਹੜਾ ਸਭ ਤੋਂ ਵੱਡਾ ਬਲੀ ਉਹਨੇ ਆਪਣੀ ਕੀਤੀ, ਉਹ ਤੂੰ ਹੈਗਾ। ਤੇ ਅਸੀਂ ਇਹ ਚੀਜ਼ਾਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਨਾ ਅਸੀਂ ਰਿਸਰਚ ਕਰਦੇ। ਰਿਸਰਚ ਕਰਨ ਦੀ ਲੋੜ ਆ। ਤੇ ਜਦੋਂ ਅਸੀਂ ਵਿਜ਼ਡਮ ਦੀ ਗੱਲ ਕਰਦੇ, ਅਕਲ ਔਰ ਦਾਨਾਈ ਦੀ, ਮੈਂ ਸੋਚਦਾ ਹੁੰਦਾ ਕਿ ਜਦੋਂ ਮੈਂ ਗੁਰਦੁਆਰੇ ਅੰਦਰ ਜਾਣਾ, ਤੇ ਮੈਂ ਉੱਥੇ ਆਈ ਗੈਟ ਇੰਸਪਾਇਰਡ ਬਾਈ ਦਾ ਮਿਊਜ਼ਿਕ, ਬਾਈ ਦਾ ਗਾਇਨ, ਜਿਹੜੇ ਉੱਥੇ ਉਹ ਗਾਉਣ, ਕੀਰਤਨ ਜੋ ਘਰ ਚੱਲ ਰਿਹਾ ਹੁੰਦਾ, ਕੀਰਤਨ ਕਰਨੇ। ਪਰ ਕਦੀ ਉਹ ਇਹ ਨਹੀਂ ਕੋਸ਼ਿਸ਼ ਕਰਦੇ ਕਿ ਇਹਨਾਂ ਲਫ਼ਜ਼ਾਂ ਦਾ ਮਤਲਬ ਲੱਭੀਏ ਕੀ ਆ। ਬਾਬਾ ਵੀ ਕਹਿੰਦਾ ਸ਼ਬਦੋਂ ਧਰਤੀ, ਸ਼ਬਦੋਂ ਆਕਾਸ਼, ਸਭ ਕੁਝ ਸ਼ਬਦ ਤੋਂ ਬਣਿਆ। ਵਾਟ ਹੀ ਇਜ਼ ਟਾਕਿੰਗ ਅਬਾਊਟ।
ਹਾਂਜੀ। ਤੋ ਇਹ ਜੇ ਮੈਂ ਕਹਿੰਦਾ ਇਹ ਸਾਰੀਆਂ ਚੀਜ਼ਾਂ ਅਸੀਂ ਭੁੱਲ ਵੀ ਜਾਈਏ, ਹੂ ਇਜ਼ ਰਾਈਟ ਐਂਡ ਹੂ ਇਜ਼ ਰੋਂਗ, ਜਿਹੜਾ ਸਾਡੇ ਸਾਹਮਣੇ ਮੈਨੀਫੈਸਟਡ ਰਿਐਲਿਟੀ ਆ ਕਿ ਅੱਜ ਤਾਈਂ ਹਰਜੀਤ ਜੀ ਸਾਰੀਆਂ ਸਿਵਲਾਈਜੇਸ਼ਨ, ਭਾਵੇਂ ਉਹ ਇਜਿਪਟ ਦੀਆਂ ਸੀਗੀਆਂ, ਭਾਵੇਂ ਉਹ ਗ੍ਰੀਕ ਦੀਆਂ ਸੀਗੀਆਂ, ਤੇ ਭਾਵੇਂ ਉਹ ਚਾਈਨਾ ਦੀਆਂ, ਉਹ 100-150 ਸਾਲ ਦੇ ਵਿੱਚ ਖਤਮ ਹੋ ਗਈ। ਅੱਜ ਦੀ ਨਵੀਂ ਸਿਵਲਾਈਜੇਸ਼ਨ ਜਿਹੜੀ ਮਾਰਕਸਵਾਦੀ ਸੀ ਉਹ ਵੀ 1993 ਦੇ ਵਿੱਚ ਖਤਮ ਹੋ ਗਈ। But what happened with Christianity? 2000 ਸਾਲ ਹੋ ਗਏ, ਵੱਧ ਤੋਂ ਵੱਧਦੀ ਹੀ ਚਲੀ ਜਾਂਦੀ ਹੈ। ਇਹਦੀ ਵਜ੍ਹਾ ਇਹ ਹੈ ਕਿ there is some truth in it। ਔਰ ਜਿਹੜੇ ਹਿਊਮਨ ਰਾਈਟਸ, ਜਿਹੜੇ ਲੋਕ ਗੱਲਾਂ ਕਰਦੇ ਆ, ਉਹ ਗੱਲਾਂ ਹੀ ਕਰਦੇ ਆ। ਜੋ ਕੁਛ ਅਸੀਂ ਦੇਣਾ ਸੀ ਉਹ ਦੇ ਦਿੱਤਾ। ਅੱਜ ਜਿਸ ਮੁਲਕ 'ਚ ਤੁਸੀਂ ਤਾਂ ਮੈਂ ਰਹਿ ਰਹੇ ਹਾਂ, ਜੇ ਅਸੀਂ ਦੂਜੇ ਮੁਲਕ 'ਚ ਬਹਿ ਕੇ ਇਹ ਗੱਲਾਂ ਕਰੀਏ ਤਾਂ ਅਸੀਂ ਜੀਂਦੇ ਹੀ ਨਹੀਂ ਰਹਿ ਸਕਦੇ। So that's a boon or a gift as Christmas ਦੇ ਉੱਤੇ to the whole world, no matter ਕੋਈ ਧਰਮ ਹੈ, ਪਰ it's a free gift of God to all people of the earth। ਅੱਛਾ ਡਾਕਟਰ ਸਾਹਿਬ, ਹੁਣ ਥੋੜਾ ਜਿਹਾ ਮੈਂ ਤੁਹਾਡੇ ਕੋਲੋਂ ਜਿਹੜਾ ਕ੍ਰਿਸਚਨ ਧਰਮ ਦਾ ਅਧਿਆਤਮਵਾਦ ਹੈ ਉਹਦੇ ਬਾਰੇ ਜਾਣਨਾ ਚਾਹੁੰਦਾ ਆ। ਸਭ ਤੋਂ ਵੱਡੀ ਚੀਜ਼ ਤਾਂ ਹੁੰਦੀ ਆ ਜਿਹੜਾ ਤੁਹਾਡਾ ਧਾਰਮਿਕ ਗ੍ਰੰਥ ਹੈ ਬਾਈਬਲ। ਬਾਈਬਲ ਜਿਹੜੀ ਆ, ਮੈਂ ਜਾਣਨਾ ਚਾਹਾਂਗਾ ਕਿ ਕੀ ਜੀਸਸ ਕ੍ਰਾਈਸਟ ਨੇ ਖੁਦ ਕੋਈ ਉਹ ਸ਼ਬਦ ਉਚਾਰੇ ਜਾਂ ਕੁਝ ਲਿਖੇ, ਜਾਂ ਬਾਈਬਲ ਉਹਨਾਂ ਦੇ ਜਾਣ ਤੋਂ ਬਾਅਦ ਬਣੀ, ਜਾਂ ਉਹਨਾਂ ਦੇ ਜੀਵਨ ਕਾਲ ਵਿੱਚ ਹੀ ਉਹ ਬਾਈਬਲ ਦਾ ਜਿਹੜਾ ਸਾਰਾ ਕੁਝ ਹੀ ਕੰਮ ਉਹਨਾਂ ਕਰ ਲਿਆ। ਜਿਵੇਂ ਸਾਡੇ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਸੰਪਾਦਨਾ ਕੀਤੀ, ਬਾਣੀ ਲੈ ਕੇ ਇਕੱਠੀ ਕਰਕੇ, ਕੁਝ ਭਗਤਾਂ ਦੀ ਬਾਣੀ, ਕੁਝ ਗੁਰੂਆਂ ਦੀ ਬਾਣੀ, ਕੁਝ ਆਪਣੀ ਬਾਣੀ ਜੋੜ ਕੇ ਸੰਪਾਦਨਾ ਕਰਕੇ ਉਹਨਾਂ ਬਣਾਈ। ਬਾਈਬਲ ਕੀ ਜੀਸਸ ਕ੍ਰਾਈਸਟ ਦੇ ਸਮਿਆਂ ਦੇ ਵਿੱਚ ਹੀ ਬਣ ਗਈ ਸੀ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਬਣੀ? ਮੇਰੇ ਖਿਆਲ ਤੁਸੀਂ ਦੱਸਦੇ ਹੁੰਦੇ ਹੋ ਕਿ ਸੇਂਟ ਪੌਲ ਜਿਹੜੇ ਬਾਅਦ 'ਚ ਹੋਏ ਨੇ, ਉਹਨਾਂ ਦੇ ਫਾਲੋਅਰ, ਉਹਨਾਂ ਨੇ ਕਾਫੀ ਕੰਮ ਕੀਤਾ ਇੱਥੇ। ਇਹ ਤਾਂ ਉਹਨਾਂ ਦਾ ਹੀ ਸੀ ਨਾ ਡਿਵੈਲਪਮੈਂਟ, ਜੋ ਯਿਸੂ ਮਸੀਹ ਨੇ ਕੀਤਾ ਜਾਂ ਉਹ ਸੋਚਿਆ। ਪਰ ਜੀਸਸ ਕ੍ਰਾਈਸਟ ਵਾਜ਼, ਆਪਣੇ ਸ਼ਬਦਾਂ 'ਚ ਇਹ ਕਹਿ ਲਓ, ਜਿੱਦਾਂ ਬਾਬੇ ਲਈ ਕਹੀ, ਹੀ ਵਾਜ਼ ਇਲਿਟਰੇਟ, ਊੜੇ ਤੇ ਹੀ ਅੜ ਗਏ। He never went to any Cambridge University or any university like I did, ਲੇਕਿਨ ਉਹਨਾਂ ਦੀ ਰੈਵਲੇਸ਼ਨ ਜਿਹੜੀ ਸੀ ਉਹ ਪ੍ਰਭੂ ਵੱਲੋਂ ਸੀ, ਉਹ ਉਸ ਖੁਦਾ ਵੱਲੋਂ ਸੀ। ਸੋ ਇਸ ਲਈ ਜੋ ਕੁਛ ਉਹਨਾਂ ਨੇ ਲਿਖ ਦਿੱਤਾ ਉਹ ਅੱਜ ਤਾਈਂ ਉਹਦੇ ਬਰਾਬਰ ਕੋਈ ਨਹੀਂ। But he did not write anything। ਬਾਈਬਲ ਦੇ ਵਿੱਚ 66 ਕਿਤਾਬਾਂ, 39 ਉਹ ਕਿਤਾਬਾਂ ਜਿਹੜੀਆਂ ਪ੍ਰੋਫਿਟਸ ਨੇ 1400 ਸਾਲ ਮਸੀਹ ਤੋਂ ਪਹਿਲੋਂ ਤੇ ਉਹਦੇ ਵਾਰ ਆਉਣ ਵਾਲੀ 700 ਸਾਲ 500 ਸਾਲ ਦੇ ਇਹਦੇ ਵਿੱਚ ਉਹ ਯਿਸੂ ਮਸੀਹ ਦੀ ਬਾਬਤ ਲਿਖਦੇ ਰਹੇ। ਉਹ 39 ਬੁੱਕਸ ਆ ਜਿਹੜੀਆਂ। 27 ਬੁੱਕਸ ਜਿਹੜੀਆਂ ਉਹ ਹੈ ਜਿਹੜੇ ਉਹਦੇ ਬਾਅਦ ਉਹਦੇ ਸ਼ਾਗਿਰਦਾਂ ਨੇ, ਉਹਦੇ ਫਾਲੋਅਰਸ ਨੇ, ਔਰ ਪੌਲ ਨੇ ਉਹ ਸਾਰਾ ਜਿਹੜਾ ਐਸਟੈਬਲਿਸ਼ ਕੀਤਾ। ਪਰ ਯਿਸੂ ਮਸੀਹ ਨੇ ਜੋ ਕੁਛ ਕਿਹਾ ਉਹ ਕਿਹਾ ਹੀ ਹੈ, ਉਹਨੇ ਕੁਛ ਨਹੀਂ ਲਿਖਿਆ। ਅੱਛਾ, ਉਹਨਾਂ ਦੇ ਬਾਰੇ ਕਿਹਾ ਗਿਆ, ਉਹਨਾਂ ਨੇ ਖੁਦ ਕੁਛ ਨਹੀਂ ਕਿਹਾ ਆਪਣੇ ਆਪ। ਉਹਨਾਂ ਦੇ ਆਉਣ ਤੋਂ ਪਹਿਲਾਂ ਕੁਝ ਚੀਜ਼ਾਂ ਆ ਗਈਆਂ ਸਾਹਮਣੇ ਤੇ ਕੁਝ ਉਹਨਾਂ ਦੇ ਜਾਣ ਤੋਂ ਬਾਅਦ ਆਈਆਂ, ਪਰ ਉਸ ਪੀਰੀਅਡ ਦੇ ਦੌਰਾਨ ਉਹਨਾਂ ਨੇ ਮਤਲਬ ਕੋਈ ਸ਼ਬਦਾਂ ਦੀ ਆਪਣੇ ਲੋਕਾਂ ਨਾਲ ਸਾਂਝ ਨਹੀਂ ਪਾਈ, ਤੁਹਾਡੇ ਕਹਿਣ ਦਾ ਭਾਵ ਆ। ਉਹੀ ਗੱਲ ਹੈ ਨਾ, ਇੱਕ ਵਾਰੀ ਉਹ ਹੈਕਲ ਕਹਿੰਦੇ ਸੀਗੇ ਯਹੂਦੀ ਟੈਂਪਲ, ਹਾਂਜੀ, ਉਹਦੇ ਵਿੱਚ ਗਏ ਤੇ ਉੱਥੇ ਉਹ ਲੋਕ ਬੈਠੇ ਆ, ਉਹ ਬੜੇ ਵੱਡੇ ਜਿਹੜੇ ਸਕਾਲਰ ਸੀ, ਉਹਨਾਂ ਦੇ ਸਾਹਮਣੇ ਉਹਨਾਂ ਨੇ ਯਸਾਇਆ ਨਬੀ 700 ਸਾਲ ਪਹਿਲੋਂ ਮਸੀਹ ਤੋਂ ਪਹਿਲੋਂ ਜਿਹੜਾ ਮੈਂ ਕਿਹਾ ਕਿ ਉਹ ਕਿਹਾ, ਮੈਂ ਆਇਆ ਹਾਂ ਤਾਂ ਕਿ ਟੁੱਟੇ ਹੋਏ ਦਿਲਾਂ ਨੂੰ ਜੋੜਾਂ, ਅੰਨਿਆਂ ਨੂੰ ਅੱਖਾਂ ਦੇਵਾਂ ਤੇ ਲੋਕਾਂ ਨੂੰ, ਕੈਦੀਆਂ ਨੂੰ ਰਿਹਾਈ ਕਰਾਂ। ਤੇ ਕਹਿਣ ਇਹ ਕਰਕੇ ਉਹਨੇ ਬੰਦ ਕਰਕੇ ਕਹਿਣ ਲੱਗਾ, ਦੈਟਸ ਮੀ, ਜਿਹੜੀ 700 ਸਾਲ ਪਹਿਲੋਂ ਭਵਿੱਖਬਾਣੀ ਕੀਤੀ ਗਈ, ਐਂਡ ਰੈਕਗਨਾਈਜ਼ ਮੀ। ਸੋ ਇਸ ਲਈ ਉਹ ਕਿਤਾਬਾਂ ਜਿਹੜੀਆਂ 39 ਪੁਰਾਣੀਆਂ, ਉਹ ਸਹੀਫੇ ਜਾਂ ਕਿਤਾਬਾਂ ਜਿਹੜੀਆਂ ਪ੍ਰੋਫਿਟਸ ਜਿਹੜੇ ਸੀ ਉਹ ਯਿਸੂ ਮਸੀਹ ਦੀ ਬਾਬਤ ਕਹਿੰਦੇ ਰਹੇ। ਹਾਂਜੀ, ਮਿਸਾਲ ਦੇ ਤੌਰ ਤੇ ਮੂਸਾ ਮਸੀਹ ਤੋਂ 1600 ਸਾਲ ਪਹਿਲੋਂ ਹੋਇਆ। ਉਹ ਕਹਿੰਦਾ ਹੁਕਮਰਾਨੀ ਦਾ ਜਿਹੜਾ ਅਹਿਦ ਆ, ਹੁਕਮਰਾਨੀ ਦਾ ਜਿਹੜਾ ਲਾਅ ਆ, ਉਹ ਤੁਹਾਡੇ ਤੋਂ ਕਦੀ ਨਹੀਂ ਛੁੱਟ ਸਕਦਾ ਜਦ ਤੱਕ ਸ਼ਿਲੋਖ ਨਹੀਂ ਆਉਂਦਾ। ਸ਼ਿਲੋਖ ਹਿਬਰਾਨੀ ਜ਼ਬਾਨ 'ਚ ਮਸੀਹ ਦਾ ਨਾਮ ਸ਼ਿਲੋਖ, ਜਿਹਨੂੰ ਅਸੀਂ ਸ਼ਲੋਕ ਵੀ ਕਹਿੰਦੇ ਹਾਂ।
ਆਪਾਂ ਹਰ ਲਫ਼ਜ਼ ਕਹਿੰਦੇ ਕਿ ਨਹੀਂ ਆ ਬਾਬੇ ਦਾ ਸ਼ਲੋਕ ਆ, ਅਸਲ ਦੇ ਵਿੱਚ ਉਹਦਾ ਮਤਲਬ ਪਵਿੱਤਰ, ਪਿਓਰ, ਹੋਲੀ, ਸ਼ਲੋਕ, ਜਿਨ੍ਹਾਂ ਤੱਕ ਸ਼ਲੋਕ ਨਹੀਂ ਆਉਂਦਾ। ਹਾਂਜੀ, ਤੇ ਨਾਲ ਉਹਨੇ ਕੀ ਕੀਤਾ, ਉਹਦੀ ਮਸੀਹ ਦੀ ਮੌਤ ਦੀ ਬਾਬਤ ਇਹ ਕਿ ਉਹ ਜਿਸ ਬਿਆਬਾਨ ਵਿੱਚ ਦੀ ਲੰਘ ਰਿਹਾ ਸੀ, ਉੱਥੇ ਬਹੁਤ ਵੱਡੇ ਵੱਡੇ ਜ਼ਹਿਰੀਲੇ ਸੱਪ ਸੀ। ਹੁਣ ਉੱਥੇ ਕਿਹੜਾ ਉਸ ਵੇਲੇ ਡਾਕਟਰ ਸੀ, ਉਹ ਜਿਹਨੂੰ ਕੱਟ ਜਾਂਦੇ ਸੀ ਉਹ ਮਰ ਜਾਂਦੇ ਸੀ। ਉਹਨੇ ਕੀ ਕੀਤਾ, ਇੱਕ ਪਿੱਤਲ ਦਾ ਵੱਡਾ ਸੱਪ ਬਣਾ ਕੇ ਨਾ ਤੇ ਸਲੀਬ ਬਣਾ ਕੇ ਉਹਦੇ ਉੱਤੇ ਟੰਗ ਦਿੱਤਾ। ਕਹਿੰਦਾ ਤੁਹਾਡੇ ਚੋਂ ਜਿਹੜਾ ਸ਼ਖਸ ਜਿਹਨੂੰ ਸੱਪ ਕੱਟੇ, ਜਿਹੜਾ ਇਹਨੂੰ ਦੇਖੂਗਾ ਉਹ ਬਚ ਜਾਏਗਾ। In a way, he was telling that Jesus Christ's death will make you alive again. So it's very mystical. ਇਹ ਜਿੰਨੇ ਪ੍ਰੋਫਿਟ ਪੁਰਾਣੇ ਹੋਏ ਆ ਉਹ ਕਹਿੰਦੇ ਕੋਈ ਹੋਰ ਗੱਲ ਨਹੀਂ ਸੀ ਯਿਸੂ ਮਸੀਹ ਦੀ ਬਾਬਤ ਹੀ ਕਹਿੰਦੇ। ਮਿਸਾਲ ਦੇ ਤੌਰ ਤੇ ਯਸਾਇਆ ਨਬੀ ਇੱਕ ਤਾਂ ਕਹਿੰਦਾ ਤੁਸੀਂ ਕਦੀ ਇਹ ਸੁਣਿਆ, ਇਹ ਮੈਂ ਉਹਦੀ ਗੱਲ ਕਰ ਰਿਹਾ ਜਿਹੜਾ 700 ਸਾਲ ਮਸੀਹ ਤੋਂ ਪਹਿਲਾਂ, ਕਦੀ ਕਹਿੰਦਾ ਸੁਣਿਆ ਕਿ ਇੱਕ ਕੌਮ ਇੱਕ ਦਿਨ 'ਚ ਹੀ ਜੰਮ ਕੇ ਕੌਮ ਬਣ ਜਾਏ? He is not talking about Judah, he is talking about Jesus. ਕਦੀ ਤੁਸੀਂ ਸੁਣਿਆ ਕਿ ਇੱਕ ਔਰਤ ਨੂੰ ਦਰਦੇ ਜ਼ੇ ਬੱਚਾ ਜਨਮ ਦੀ ਦਰਦ ਤੋਂ ਪਹਿਲਾਂ ਬੱਚਾ ਜੰਮੇ ਤਾਂ ਇੱਕ ਕੌਮ ਬਣ ਜਾਏ? ਨਾਲ ਉਹ ਇਸ ਤੋਂ ਪਹਿਲਾਂ ਕਹਿੰਦਾ ਇੱਕ ਕੰਵਾਰੀ ਹਾਮਲਾ ਹੋਵੇਗੀ ਔਰ ਬੱਚਾ ਜਣੇਗੀ ਤੇ ਦੁਨੀਆ ਦੀ ਸਾਰੀ ਹਕੂਮਤਾਂ, ਵੰਡਰਫੁਲ ਫਾਦਰ ਆਫ ਦਾ ਹੋਲ ਪੀਪਲ, ਹੀ ਵਿਲ ਬੀ ਜੀਸਸ ਕ੍ਰਾਈਸਟ। ਤਾਂ ਮੇਰਾ ਮਤਲਬ ਇਹ ਆ ਕਿ ਜੇ ਇਹ ਸਾਰਾ ਪਖੰਡਬਾਜ਼ੀ ਆ ਤਾਂ ਫਿਰ ਇਹ ਕਾਇਮ ਨਹੀਂ ਰਹਿ ਸਕਦਾ। ਇਫ ਇਟ ਇਜ਼ ਟਰੂ, ਇਹਨੂੰ ਕੋਈ ਡਿਫੀਟ ਨਹੀਂ ਕਰ ਸਕਦਾ, ਕੋਈ ਇਸ ਗੱਲ ਦੀ ਇਹਦੇ ਵਿੱਚ ਕੋਈ ਦੁਚਿੱਤੀ ਨਹੀਂ। ਬਿਲਕੁਲ। ਅੱਛਾ ਡਾਕਟਰ ਸਾਹਿਬ, ਜਿਹੜੇ ਸਮਕਾਲੀ ਧਰਮ ਸੀਗੇ ਜੁਡਾਇਜ਼ਮ ਚੋਂ ਨਿਕਲ ਕੇ, ਜਿਵੇਂ ਆਪਾਂ ਸਮਝਦੇ ਹਾਂ ਵੀ ਬੇਸਿਕ ਧਰਮ ਉਹ ਸੀਗਾ, ਫਿਰ ਕ੍ਰਿਸਚੈਨਿਟੀ ਆਈ, ਫਿਰ ਮੁਹੰਮਦ ਸਾਹਿਬ ਆਏ, ਇਹਨਾਂ ਦੀ ਆਪਸ 'ਚ ਸਾਂਝ ਵੀ ਆ, ਇੱਕ ਮਤਲਬ ਇੱਕ ਹੀ ਪਰਿਵਾਰ 'ਚੋਂ ਲਏ ਗਏ ਨੇ ਤੇ ਆਪਸ 'ਚ ਇਹਨਾਂ ਦੀ ਰਾਈਵਲੀ ਵੀ ਆ, ਵਿਰੋਧਤਾਈਆਂ ਵੀ ਨੇ ਇੱਕ ਦੂਜੇ ਦੇ ਨਾਲ। ਇਹ ਜਿਹੜੀਆਂ ਹੋਈਆਂ ਸਾਰੀਆਂ ਚੀਜ਼ਾਂ, ਇਹਨਾਂ ਬਾਰੇ ਤੁਸੀਂ ਕਿੱਦਾਂ ਸਮਝਦੇ ਹੋ? ਕਿ ਕਿਉਂਕਿ ਧਰਮ ਤੇ ਧਰਮ ਹੈ, ਸਾਰੇ ਧਰਮ ਜਿਹੜੇ ਆ ਉਹ ਸ਼ਾਂਤੀ ਦਾ, ਪਿਆਰ ਦਾ, ਮੁਹੱਬਤ ਦਾ ਪੈਗਾਮ ਦਿੰਦੇ ਆਪਾਂ ਕਹਿੰਦੇ ਆ, ਪਰ ਆਪਾਂ ਇਹ ਜਦੋਂ ਪੁਰਾਣਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਤੇ ਇਹਨਾਂ ਨਾਵਾਂ ਦੇ ਉੱਤੇ, ਧਰਮ ਦੇ ਬਿਹਾਵ ਦੇ ਉੱਤੇ ਵੀ ਬਹੁਤ ਸਾਰੇ ਯੁੱਧ ਲੜੇ ਗਏ। ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਵੀ ਕੀ ਕਾਰਨ ਹੋ ਸਕਦੇ ਆ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੰਨਾ ਖੂਨ ਕਿਸੇ ਬਾਦਸ਼ਾਹ ਨੇ ਨਹੀਂ ਬਹਾਇਆ ਜਿੰਨਾ ਧਰਮ ਨੇ ਇੱਕ ਦੂਜੇ ਨੂੰ ਮਾਰ ਕੇ ਬਹਾਇਆ। ਔਰ ਉਹਦੇ ਪਿੱਛੇ ਸਾਰੀ ਇਗਨੋਰੈਂਸ, ਜਹਾਲਤ, ਗਲਤ ਗੱਲ, ਉਹ ਚੀਜ਼ਾਂ ਜਿਹੜੀਆਂ ਸਾਰੇ ਧਰਮ ਗ੍ਰੰਥਾਂ, ਬੇਸ਼ੱਕ ਉਹ ਰਿਸ਼ੀ ਮੁਨੀਆਂ ਦੇ ਵਿੱਚ ਸੀ, ਬੇਸ਼ੱਕ ਬੁੱਧ ਨੇ ਲਿਖੀਆਂ, ਬੇਸ਼ੱਕ ਉਹ ਜੋ ਕੁਛ ਵੀ ਲਿਖਿਆ ਇਸਲਾਮ ਤਾਂ ਖੈਰ 600-700 ਸਾਲ ਬਾਅਦ 'ਚ ਆਇਆ, ਉਹ ਇਸੇ ਲਈ ਦੁਸ਼ਮਣੀ ਸੀ ਕਿ ਸਾਡੀ ਜਿਹੜੀ ਹਾਇਰਾਰਕੀ ਉਹ ਕਾਇਮ ਰੱਖੇ। ਮੈਂ ਤੁਹਾਨੂੰ ਮਿਸਾਲਾਂ ਦਿੰਦਾ, ਜਿਹੜਾ ਸ਼ਬਦ ਆ ਨਾ ਮਨੁਸ਼ਯ, ਪੁਰਸ਼ਾ, ਪਰਫੈਕਟ ਮੈਨ, ਪਰਫੈਕਟ ਗॉड, ਪੁਰਸ਼ਾ, ਇਹ ਸਾਰੇ ਦੇ ਸਾਰੇ ਜਿਹੜੇ ਰਿਸ਼ੀ ਮੁਨੀ ਸੀ ਉਹਨਾਂ ਦਾ ਸ਼ਬਦ ਕਰਿਆ ਪੁਰਸ਼ਾ। ਪੁਰਸ਼ਾ ਇਜ਼ ਨਾਟ ਤੁਸੀਂ ਤਾਂ ਮੈਂ, ਪੁਰਸ਼ਾ ਇਜ਼ ਵਨ ਹੂ ਇਜ਼ ਡਿਵਾਈਨ, ਬੋਰਨ ਆਊਟ ਆਫ ਗॉड, ਇਟ ਇਜ਼ ਕਾਲਡ ਪੁਰਸ਼ਾ। ਹਾਂਜੀ, ਔਰ ਪੁਰਸ਼ਾ ਨੂੰ ਉਹ ਮੰਨਦੇ ਆ ਕਿ ਹੀ ਵਿਲ ਬੀ ਦ ਕਿੰਗ ਆਫ ਕਿੰਗਸ। ਪਰ ਜਦੋਂ ਅਸੀਂ ਕਨਫਲਿਕਟ 'ਚ ਆ ਜਾਂਦੇ ਤਾਂ ਫਿਰ ਇਹ ਵੀ ਸਾਡੀ ਜਿਹੜੀ ਹੈਜੀਮਨੀ ਆ ਜਾਂ ਸਾਡੀ ਮਨੋਪਲੀ ਜਿਹੜੀ ਉਹ ਨਾ ਟੁੱਟੇ। ਮਿਸਾਲ ਦੇ ਤੌਰ 'ਤੇ ਇਸਲਾਮ ਈਵਨ ਹੀ ਨੋਜ਼ ਉਹਨਾਂ ਦਿਨਾਂ 'ਚ, ਤੇ ਅੱਜ ਵੀ ਅਸੀਂ ਮੋਸਦੇ ਹਰਜੀਤ ਵਲਦ ਪਿਓ ਦਾ ਨਾਂ ਲਿਖਦੇ, ਸੋਲੋਮਨ ਵਲਦ ਬਾਪ ਦਾ ਨਾਂ, ਤੇ ਉਹਨਾਂ ਦੇ ਵੀ ਕੁਰਾਨ ਦੇ ਵਿੱਚ ਜਿਹੜੀਆਂ ਹਦੀਸਾਂ ਉਹਨਾਂ 'ਚ ਜਦੋਂ ਉਹ ਮਸੀਹ ਦੀ ਗੱਲ ਆਉਂਦੇ ਤਾਂ ਉਹ ਇਹ ਲਿਖਦੇ ਮਸੀਹ ਮਰੀਅਮ ਦਾ ਬੇਟਾ, ਔਰ ਇਹ ਮੰਨਦੇ ਕਿ ਉਹ ਕੁੰਵਾਰੀ ਤੋਂ ਪੈਦਾ ਹੋਇਆ। ਇਹ ਉਹ ਮੰਨਦੇ ਕਿ ਉਹ ਕਬਰ ਦੇ ਵਿੱਚੋਂ ਜ਼ਿੰਦਾ ਹੋ ਗਿਆ, ਤੀਜੇ ਅਸਮਾਨ ਤੇ ਚੜ ਗਿਆ, ਤੇ ਉਹਨੇ ਰਾਜ ਵੀ ਕਰਨਾ, ਤੇ ਉਹਨੇ ਆ ਕੇ ਜਿਹੜੀ ਆਖਰੀ ਕਿਆਮਤ ਉਸ ਦਿਨ ਵੀ ਉੱਥੇ ਬੈਠਣਾ। ਪਰ ਜਿਹੜੀ ਅਸੀਂ ਉਹਦੇ 'ਚ ਇਨਫਿਲਟ੍ਰੇਸ਼ਨ ਕਰਦੇ ਉਹਨੂੰ ਸਾਨੂੰ ਇੱਕ ਦੂਜੇ ਦੇ ਨੇੜੇ ਨਹੀਂ ਆਉਣ। ਮੈਂ ਅੱਜ ਦੀ ਮੇਰੀ ਰਿਸਰਚ ਦੇ ਮੁਤਾਬਕ, ਕਿਉਂਕਿ ਮੈਂ ਤਾਂ ਉਸ ਏਰੀਏ 'ਚੋਂ, ਖਿੱਤੇ 'ਚ, ਪੰਜਾਬ 'ਚੋਂ, ਜਿੱਥੇ ਸਾਡੇ ਵੀ ਬੜੇ ਪੁਰਾਣੇ ਜਿਹੜੇ ਸੀ ਉਹ
ਸਿੱਖ ਧਰਮ ਨਾਲ ਤਾਲੁਕ ਰੱਖਦੇ ਰਹੇ ਆ, ਵੀ ਆਰ ਖੈਰੇ। ਜੀ ਹਾਂਜੀ, ਪਰ ਮੈਂ ਇਹ ਮਹਿਸੂਸ ਕਰਦਾ ਕਿ ਜਿੰਨਾ ਅੱਜ ਸਿੱਖ ਧਰਮ ਕ੍ਰਿਸਚੈਨਿਟੀ ਦੀ ਬਾਬਤ ਕਹਿੰਦਾ ਤਾਂ ਬੋਲਦਾ, ਉਹ ਸਾਡੇ ਜਿਹੜੇ ਉਹ ਹੈਜੀਮਨੀ ਜਾਂ ਮੋਨੋਪੋਲਿਸਟ ਆ, ਉਹ ਸਾਨੂੰ ਦੱਸਦੇ ਨਹੀਂ, ਤੇ ਨਾ ਉਹਨਾਂ ਨੂੰ ਪਤਾ ਹੀ ਹੈ। ਦੈਟਸ ਵਾਟ ਆਈ ਬਲੀਵ। ਅੱਛਾ ਡਾਕਟਰ ਸਾਹਿਬ, ਸ਼ਬਦ ਤੁਸੀਂ ਵਰਤਿਆ ਕਿਆਮਤ। ਕਿਆਮਤ ਦਾ ਕਨਸੈਪਟ ਬੇਸਿਕਲੀ ਕ੍ਰਿਸਚੈਨਿਟੀ ਦਾ ਕਨਸੈਪਟ ਆ ਜਾਂ ਇਸਲਾਮ ਦਾ ਕਨਸੈਪਟ ਆ? ਇਸਲਾਮ ਵਾਲੇ ਬਹੁਤ ਕਿਆਮਤ ਦਾ ਜ਼ਿਕਰ ਕਰਦੇ ਆ ਕਿ ਇਹ ਬੇਸਿਕਲੀ ਵੀ ਉਹਨਾਂ ਨੇ ਕਿੱਥੋਂ ਲੈਣਾ ਸੀਗਾ? ਹਾਂਜੀ, ਉਹ ਯਹੂਦੀਆਂ ਦਾ ਕਨਸੈਪਟ ਆ ਤੇ ਜਾਂ ਕ੍ਰਿਸਚੈਨਿਟੀ ਦਾ, ਤੇ ਉਹ ਤਾਂ 700 ਸਾਲ ਬਾਅਦ ਚ ਆ। ਤੇ ਨਾਲ ਇਹ ਵੀ ਕਹਿੰਦੇ ਕਿ ਉਦਣ ਕਿਆਮਤ ਵਾਲੇ ਦਿਨ ਜਿਹੜਾ ਜੱਜ ਉਹ ਯਿਸੂ ਮਸੀਹ ਹੋਊਗਾ। ਅੱਛਾ, ਹਾਂਜੀ, ਤਾਂ ਹੁਣ ਲੜਾਈ ਕਾਹਦੀ ਹੈ? ਲੜਾਈ ਇਹ ਆ ਕਿ ਸਾਡੇ ਚੋਂ ਵੱਡਾ ਕੌਣ ਆ, ਵੀ ਹਰਜੀਤ ਜਿਹੜਾ ਉਹ ਵੱਡਾ ਰਾਜ ਕਰੂ ਕਿ ਮੈਂ ਸੋਲੋਮਨ ਕਰੂੰਗਾ। ਇਹ ਕਨਫਲਿਕਟ ਆ, ਹੋਰ ਕੋਈ ਕਨਫਲਿਕਟ ਨਹੀਂ। ਉਹ ਡਾਕਟਰ ਸਾਹਿਬ, ਉਦੋਂ ਡੈਮੋਕ੍ਰੇਸੀ ਨਹੀਂ ਤੇ ਸਾਰੇ ਆਪੋ ਆਪਣੇ ਪ੍ਰੋਫਿਟਸ ਨੂੰ ਬੁਲਾ ਲੈਂਦੇ ਕਿਆਮਤ ਵਾਲੇ ਦਿਨ, ਪਿਆ ਉਹ ਨਿਰਣਾ ਬਹਿ ਕੇ ਕਰ ਲੈਂਦੇ ਡੈਮੋਕ੍ਰੈਟਿਕ ਵੇ ਨਾਲ। ਵੈਸੇ ਉਧਰ ਥਿਓਕ੍ਰੈਟਿਕ ਵੇ ਹੋਣਾ ਕਿ ਜੀਸਸ ਵਿਲ ਬੀ ਦਾ ਕਿੰਗ ਆਫ ਕਿੰਗਸ, ਔਰ ਇੱਕ ਬਹਾਲੀ ਜਦੋਂ ਅਸੀਂ ਕਹਿੰਦੇ ਕਿ ਆ ਸਾਰੀਆਂ ਚੀਜ਼ਾਂ ਜਿਹੜੀਆਂ ਡੈਮੋਕ੍ਰੇਸੀ ਫੇਲਸ। ਅੱਛਾ, ਇਸਲਾਮ 'ਚ ਮੈਂ ਬਹੁਤ ਸੁਣਦਾ ਡਾਕਟਰ ਸਾਹਿਬ, ਇਸਲਾਮ 'ਚ ਬਹੁਤ ਸੁਣਦੇ ਆ ਕਿ ਕਿਆਮਤ ਦਾ ਦਿਨ ਆਉਣਾ ਆ, ਜਿਹੜੇ ਸੱਚੇ ਮੁਸਲਮਾਨ ਆ ਉਹਨਾਂ ਨੂੰ ਮੁਹੰਮਦ ਸਾਹਿਬ ਨੇ ਆਪ ਖੜੇ ਕਰ ਲੈਣਾ ਆ। ਯਾਨੀ ਕਿ ਇਹ ਕਨਸੈਪਟ ਕ੍ਰਿਸਚੈਨਿਟੀ 'ਚ ਵੀ ਹੈ ਕਿ ਯਿਸੂ ਮਸੀਹ ਹੀ ਆਉਣਗੇ ਔਰ ਉਹ ਫਿਰ ਸਾਡਾ ਨਿਰਣਾ ਕਰਨਗੇ ਜਿਹੜੇ ਲੋਕਾਂ ਨੇ ਚੰਗੇ ਮਾੜੇ ਕੰਮ ਕੀਤੇ ਉਹਨਾਂ ਦਾ। ਨਾਲੇ ਇਹ ਗੱਲ ਮੰਨੀ ਜਾਂਦੇ ਕਿ ਉਹਨੇ ਜੱਜ ਹੋਣਾ, ਨਿਰਣਾ ਕਰਨਗੇ, ਤੇ ਨਾਲ ਵਿੱਚ ਇਹ ਵੀ ਨਾਲ ਇੱਕ ਹੋਰ ਐਡੀਸ਼ਨ ਬਣਾਤੀ। ਸੋ ਦਿਸ ਇਜ਼ ਵੇਅਰ ਥਿੰਗਸ ਗੋ ਰੌਂਗ। ਹੁਣ ਤੁਸੀਂ ਮੈਨੂੰ ਨਾ ਇਹ ਗੱਲ ਪੁੱਛੋ, ਕਿਉਂਕਿ ਕਾਫੀ ਟਾਈਮ ਹੋ ਗਿਆ, ਆਪਾਂ ਜ਼ਿਆਦਾ ਟਾਈਮ ਉਹਨਾਂ ਦੇ ਜਨਮ ਦਿਨ ਤੇ ਗੁਜ਼ਾਰਤਾ। ਅੱਜ ਯਿਸੂ ਮਸੀਹ ਦਾ ਮੈਸੇਜ ਅੱਜ ਇਸ ਕ੍ਰਿਸਮਸ ਡੇ ਤੇ ਸਾਡੇ ਲਈ ਕੀ ਕਹਿੰਦਾ? ਇਸ ਸਵਾਲ ਦੇ ਉੱਤੇ ਥੋੜੇ ਜਿਹੀਆਂ ਗੱਲ। ਜੀ ਬਿਲਕੁਲ ਬਿਲਕੁਲ। ਪੁੱਟ ਮੀ ਅ ਕੁਐਸਚਨ। ਹਾਂ, ਮੈਂ ਡਾਕਟਰ ਸਾਹਿਬ ਤੁਹਾਨੂੰ ਇਸ ਮਾਮਲੇ 'ਚ ਇਹ ਜਾਣਨਾ ਚਾਹੂੰਗਾ, ਅਸੀਂ ਸਾਰੇ ਹੀ ਜਿਹੜੇ ਆਪਣੇ ਤਿਉਹਾਰ ਨੇ ਵੱਡੇ, ਖਾਸ ਕਰਕੇ ਕ੍ਰਿਸਮਸ ਜਿਹੜੀ ਆ, ਇਹ ਇੱਕ ਬਾਜ਼ਾਰ ਬਣ ਗਿਆ ਬੜਾ ਵੱਡਾ। ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਕਈ ਵਾਰ, ਵੈਸੇ ਤਾਂ ਸਾਰੇ ਹੀ ਬਾਜ਼ਾਰ ਬਣ ਗਏ, ਦੀਵਾਲੀ ਜੇ ਉਹ ਸਾਰੇ, ਪਰ ਕਿਉਂਕਿ ਕ੍ਰਿਸਮਸ ਦਾ ਤਿਉਹਾਰ ਦੁਨੀਆ ਦਾ ਸਭ ਤੋਂ ਵੱਡਾ ਤਿਉਹਾਰ ਹੈ, ਸਭ ਤੋਂ ਜ਼ਿਆਦਾ ਲੋਕ ਇਹਨੂੰ ਸੈਲੀਬ੍ਰੇਟ ਕਰਦੇ ਆ, ਤੇ ਪੂਰੇ ਦਾ ਪੂਰਾ ਕਮਰਸ਼ਲਾਈਜ਼ ਹੋ ਗਿਆ। ਪੂਰੇ ਜਿਹੜਾ ਹੈਗਾ ਵਪਾਰਕ ਅਦਾਰੇ ਆ ਜਾਂ ਜਿਹੜੇ ਆਪਣੇ ਬਾਜ਼ਾਰ, ਜਿਹਨੂੰ ਬਾਜ਼ਾਰ ਸ਼ਬਦ ਹੁਣ ਸਾਰੇ ਸਮਝਦੇ ਆ, ਉਹਦਾ ਧਿਆਨ ਜਿਹੜਾ ਆ ਉਹ ਇਹਨਾਂ ਤਿਉਹਾਰਾਂ ਤੇ ਆ ਗਿਆ, ਤੇ ਅਸੀਂ ਇਹਦਾ ਧਾਰਮਿਕ ਕਨਸੈਪਟ ਪਿੱਛੇ ਛੱਡਤਾ ਤੇ ਦੇਖਾ ਦਿਖਾਈ ਚੀਜ਼ਾਂ, ਤੋਹਫੇ ਦੇਣੇ, ਸਾਂਤਾ ਕਲੌਜ ਦੇ ਨਾਲ ਫੋਟੋ ਖਿਚਾਉਣੀ, ਬਾਹਰ ਨਿਕਲ ਕੇ ਉਹ ਆਪਣੇ ਘਰਾਂ ਦੇ ਬਾਹਰ ਗੁਬਾਰੇ ਵਾਂਗੂ ਲਾ ਲੈਣਾ, ਉਹ ਲੋਕ ਇੱਕ ਇੱਥੇ ਫੁੱਲ ਲਾਉਂਦੇ ਨੇ ਦਰਵਾਜ਼ਿਆਂ ਅੱਗੇ, ਮਤਲਬ ਇਸ ਤਰ੍ਹਾਂ ਦੇ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਸਮਝਣਾ ਹੋਵੇ ਤੇ ਜਿਹਨੂੰ ਅਸੀਂ ਕਹਿੰਦੇ ਆ ਕਰਮਕਾਂਡ ਵਰਗਾ ਕੰਮ ਅਸੀਂ ਜ਼ਿਆਦਾ ਕਰਦੇ ਹਾਂ। ਤੇ ਜਿਹੜੀਆਂ ਸਿੱਖਿਆਵਾਂ ਨੇ ਧਰਮ ਦੀਆਂ, ਉਹਦੇ ਬਾਰੇ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਹੈਗਾ। ਮੈਨੂੰ ਨਹੀਂ ਪਤਾ ਚਰਚ 'ਚ ਜਾ ਕੇ ਉਹ ਇਹਨਾਂ ਦਿਨਾਂ 'ਚ ਵੀ ਕਿੰਨੇ ਕੁ ਲੋਕ ਜਾ ਕੇ ਤੇ ਉੱਥੋਂ ਬਾਈਬਲ ਦੀਆਂ ਸਿੱਖਿਆਵਾਂ ਲੈ ਕੇ ਆਉਂਦੇ ਨੇ, ਜਾਂ ਜਿਹੜੇ ਪਾਦਰੀ ਸਾਹਿਬਾਨ ਨੇ ਉਹ ਸਮਝਾਉਂਦੇ ਨੇ ਤੇ ਲੋਕ ਆਪਣੇ ਪੱਲੇ ਬੰਨ੍ਹਦੇ ਨੇ। ਹਾਂ, ਪਾਰਟੀਆਂ ਆਪਾਂ ਜ਼ਰੂਰ ਕਰਦੇ ਹਾਂ, ਇੱਕ ਦੂਜੇ ਨੂੰ ਮਿਲਦੇ ਹਾਂ, ਠੀਕ ਹੈ, ਕੋਵਿਡ ਨੇ ਰੋਕਿਆ ਹੋਇਆ ਸਾਨੂੰ ਥੋੜ੍ਹਾ ਜਿਹਾ, ਅਦਰਵਾਈਜ਼ ਤੇ ਆਪਾਂ ਬਹੁਤ ਕੁਝ ਕਰਦੇ ਇਹਨਾਂ ਦਿਨਾਂ 'ਚ। ਵੈਰੀ ਟਰੂ। ਅਸਲ ਦੇ ਵਿੱਚ ਗੱਲ ਇਹ ਆ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਕਮਰਸ਼ੀਅਲਿਜ਼ਮ ਕਰਨ ਵਾਲਾ ਪੋਪ ਇਟਸੈਲਫ। ਹਾਂਜੀ, ਆ ਜੋ ਕੁਝ ਅਸੀਂ ਕਰਦੇ ਨਾ, ਮੈਂ ਕਈ ਆਰਟੀਕਲ ਲਿਖੇ ਕਿ ਖੁਦਾ ਦੇ ਵਾਸਤੇ ਮੈਂ ਤੁਹਾਡੇ ਅੱਗੇ ਮਿੰਨਤ ਕਰਦਾ ਕਿ ਆ ਜਿਹੜੀਆਂ ਰੀਅਲ ਟਰੀਜ਼ ਆ ਉਹਨਾਂ ਨੂੰ ਨਾ ਵੱਢੋ। ਹਜ਼ਾਰਾਂ ਟਰੀਜ਼ ਵੱਢ ਕੇ ਜੀ ਉਹ ਕ੍ਰਿਸਮਸ ਟਰੀਜ਼ ਬਣਾਉਂਦੀਆਂ। ਵੇਅਰ ਇਜ਼ ਇਟ ਰਿਟਨ ਇਨ ਦਾ ਬਾਈਬਲ? ਨਥਿੰਗ। ਤੁਹਾਨੂੰ ਕਿਹਨੇ ਕਿਹਾ ਸੀ ਕਰਨ ਲਈ? ਤੁਸੀਂ ਇਕੋਲੋਜੀ ਨੂੰ ਬਰਬਾਦ ਕਰਨ ਦੇ। ਇੱਕ ਦਰਖਤ ਨੂੰ 5 ਸਾਲ ਲੱਗਦੇ ਆ ਇਸ ਵੱਡਾ ਹੋਣ ਦੇ ਵਿੱਚ, 500-600 ਫੁੱਟ ਜਾਣ, 500 ਫੁੱਟ ਜਾਂ 5 ਜਾਂ 6 ਫੁੱਟ ਜਾਣ, ਤਾਂ ਤੁਸੀਂ ਹਜ਼ਾਰਾਂ ਉਹਨਾਂ ਨੂੰ ਬਰਬਾਦ ਕਰੀ ਜਾ ਰਹੇ। ਕਿੰਨੀ ਬਿਜਲੀ ਜਿਹੜੀ ਵੇਸਟ ਕੀਤੀ ਜਾ ਰਹੀ ਹੈ, ਕਿੰਨੇ ਪਟਾਕਿਆਂ ਨਾਲ ਅਸੀਂ ਮਤਲਬ ਪ੍ਰਦੂਸ਼ਣ ਪੈਦਾ ਕਰਦੇ। ਹਾਂਜੀ, ਕਿੰਨੇ ਗਿਫਟਾਂ ਦਾ ਬਾਜ਼ਾਰੀਕਰਨ, ਜਿਹੜਾ ਸ਼ਬਦ ਤੁਸੀਂ ਕਿਹਾ ਬਹੁਤ ਸੋਹਣਾ ਮੈਨੂੰ ਲੱਗਦਾ, ਕਿੰਨੇ ਅਸੀਂ ਗਿਫਟ ਤੇ ਕਿੰਨਾ ਕੁਝ ਕਰਦੇ, ਤੇ ਪੈਸੇ ਕਿਹਦੇ ਕੋਲ ਜਾਂਦੇ? ਉਹ ਜਿਹੜਾ ਵੱਡਾ ਵਪਾਰੀ ਬੈਠਾ, ਤੇ ਅਸੀਂ ਮਤਲਬ ਉਹ ਕਰਜ਼ੇ ਲੈ ਕੇ ਕਰੀ ਜਾ ਰਹੇ। ਵਰਸ਼ਿਪ ਆਫ ਜੀਸਸ ਕ੍ਰਾਈਸਟ ਇਜ਼ ਨਾਟ, ਖੁਦਾ
ਵੱਡੇ ਵੱਡੇ ਘਰਾਂ 'ਚ ਜਾਂ ਮੰਦਰਾਂ ਦੇ ਵਿੱਚ ਨਹੀਂ ਰਹਿੰਦਾ, ਉਹ ਸਾਡੇ ਦਿਲ 'ਚ ਰਹਿੰਦਾ। ਤਾਂ ਇੱਕ ਥਾਂ ਯਸਾਇਆ ਨਬੀ ਲਿਖਦਾ, ਕਹਿੰਦਾ ਤੁਸੀਂ ਪ੍ਰਭੂ ਨੂੰ ਕੀ ਗਿਫਟ ਦੇਣਾ ਚਾਹੋਗੇ? ਇੱਕ ਇੱਕ ਚੀਜ਼ ਤਾਂ ਉਹਨੇ ਆਪ ਬਣਾਈ ਹੈ, ਤੁਸੀਂ ਕੀ ਉਹਨਾਂ ਨੂੰ ਗਿਫਟ ਦੇਣਾ? ਤੁਸੀਂ ਕੀ ਕੁਰਬਾਨੀ ਕਰਦੇ? ਹੀ ਵਾਂਟਸ ਯੋਰ ਹਾਰਟ ਦੈਟ ਯੂ ਵਾਕ ਵਿਦ ਹਿਮ। ਇਹ ਚੀਜ਼ ਡਾਕਟਰ ਸਾਹਿਬ ਸਾਰੇ ਧਰਮਾਂ ਤੇ ਲਾਗੂ ਹੁੰਦੀ ਆ। ਆਪਾਂ $1 ਮੱਥਾ ਟੇਕਦੇ ਆ ਸਿੱਖ ਧਰਮ ਵਾਲੇ ਵੀ, ਤੇ ਉੱਥੇ ਪਤਾ ਨਹੀਂ ਕੀ ਬਿਲੀਅਨ ਡਾਲਰ ਮੰਗੀ ਜਾਂਦੇ ਆ। ਤੇ ਇਸ ਤਰ੍ਹਾਂ ਹੀ ਸਾਰੇ ਧਰਮਾਂ 'ਚ ਹੀ ਪੂਜਾ ਪਾਠ ਕਰਨ ਵਾਲੇ, ਇੱਕ ਕਰਮਕਾਂਡ ਜਿਹੜਾ ਸ਼ਬਦ ਮੈਂ ਵਰਤਿਆ, ਕਰਮਕਾਂਡ ਵੈਸੇ ਹਿੰਦੂਇਜ਼ਮ 'ਚੋਂ ਆਇਆ ਹੋਇਆ ਸ਼ਬਦ ਆ। ਤੇ ਕਰਮਕਾਂਡ ਜਿਹੜੇ ਆ ਇਹ ਆਪਾਂ ਬਹੁਤਾਤ 'ਚ ਕਰਦੇ ਆ, ਵਿਖਾਵੇ ਲਈ ਕਰਦੇ ਆ, ਇੱਕ ਦੂਜੇ ਗੁਆਂਢੀ ਨੂੰ ਦੱਸਣ ਲਈ ਕਿ ਮੈਂ ਤੇਰੇ ਤੋਂ ਵਧੀਆ ਢੰਗ ਨਾਲ ਕ੍ਰਿਸਮਸ ਮਨਾ ਰਿਹਾ ਆ। ਆਪਾਂ ਜ਼ਿਆਦਾ ਲਾਈਟਾਂ ਲਾਉਂਦੇ ਆ, ਜ਼ਿਆਦਾ ਆਪਾਂ ਅਡੰਬਰ ਕਰਦੇ ਆ, ਤੇ ਅੰਦਰੋਂ ਅਸੀਂ ਜਿਹੜੀਆਂ ਸਿੱਖਿਆਵਾਂ ਨੇ ਧਰਮਾਂ ਦੀਆਂ ਉਹ ਗ੍ਰਹਿਣ ਨਹੀਂ ਕਰਦੇ ਕਿਤੇ ਨਾ ਕਿਤੇ। ਵੈਰੀ ਟਰੂ। ਤੁਸੀਂ ਹੈਰਾਨ ਹੋਗੇ, ਮੈਂ ਇੱਕ ਬੰਦੇ ਨੂੰ ਜਾਣਦਾ, ਮੈਂ ਨਾਂ ਨਹੀਂ ਦੱਸਣਾ ਚਾਹੁੰਦਾ, ਉਹਦਾ ਕ੍ਰਿਸਮਸ ਕਿੱਦਾਂ ਹੁੰਦਾ ਹੈ। ਆਮ ਸੌਰੀ ਕਿ ਪਿਛਲੇ ਸਾਲ ਤੋਂ ਅੱਜ ਵੀ, ਐਤਕੀ ਵੀ ਨਹੀਂ ਹੋਣਾ। ਹਾਈਵੇ 10 ਤੇ ਡੰਡਾਸ ਦਾ ਜਿਹੜੇ ਇੰਟਰਸੈਕਸ਼ਨ ਹੈ, ਤੁਸੀਂ ਉੱਧਰ ਆਉਂਦੇ ਜਾਂਦੇ ਰਹਿੰਦੇ, ਉੱਥੇ ਬੜੇ ਵਿਚਾਰੇ ਹੈਲਪਲੈਸ ਬੈਠੇ ਹੁੰਦੇ ਆ, ਜਿਨ੍ਹਾਂ ਦਾ ਘਰ ਨਹੀਂ, ਕਾਠ ਨਹੀਂ, ਵਿਚਾਰੇ ਬਾਹਰ ਬੈਠੇ। ਪਹਿਲੀ ਵਾਰੀ ਜਦੋਂ ਉਹਨਾਂ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਉਹ ਲੈ ਕੇ ਗਿਆ, ਤੇ ਉਹਨਾਂ ਨੇ ਉਹ ਮੈਨੇਜਰ ਨੂੰ ਦੱਸਿਆ, ਲੋਕ ਉੱਠ ਕੇ ਬਾਹਰ ਚਲੇ ਗਏ ਕਿ ਆਹ ਵਿਚਾਰੇ ਬਦਬੂ ਦੇ ਮਾਰੇ ਹੋਏ ਅੰਦਰ ਲੈ ਕੇ ਆ ਗਏ। ਤੇ ਉਹ ਮੈਨੇਜਰ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਇਹ ਕੌਣ ਆ? ਤੇ ਮੈਂ ਕਿਹਾ ਮੇਰੇ ਦੋਸਤ ਆ, ਤੇ ਮੈਂ ਇਹਨਾਂ ਨੂੰ ਕ੍ਰਿਸਮਸ ਡਿਨਰ ਦੇਣਾ। ਖੈਰ ਉਹਨਾਂ ਨੇ ਸਾਨੂੰ ਟੇਬਲ ਜਿਹਾ ਜੋੜ ਕੇ ਲੋਕਾਂ ਨੂੰ ਅਲੱਗ ਜਿਹਾ ਕਰ ਦਿੱਤਾ। ਪਰ ਉਹਨਾਂ ਨੂੰ ਪਤਾ ਮੈਂ ਹਰ ਸਾਲ ਕ੍ਰਿਸਮਸ ਉਹਨਾਂ ਨੂੰ ਮਨਾਉਂਦਾ। 25-30 ਬੰਦੇ ਹੁੰਦੇ ਜਿਨ੍ਹਾਂ ਨੂੰ ਉਸ ਵਕਤ ਉਦਣ ਕੋਈ ਡਿਨਰ ਦੇਣ ਵਾਲਾ, ਕ੍ਰਿਸਮਸ ਡਿਨਰ ਨਹੀਂ ਦੇਣ ਵਾਲਾ। ਦੈਟ ਇਜ਼ ਹਾਊ ਆਈ ਸੈਲੀਬ੍ਰੇਟਡ। ਜੇ ਗਿੱਲ ਸਾਹਿਬ ਨੇ ਮੈਨੂੰ ਬੁਲਾ ਲਿਆ, ਮੈਂ ਉਹਨਾਂ ਨੂੰ ਬੁਲਾ ਰਿਹਾ, ਤਾਂ ਉਹ ਕਾਹਦੀ ਸੈਲੀਬ੍ਰੇਸ਼ਨ ਹੋਈ? ਸਵਾਲ ਤਾਂ ਇਹ ਹੈ ਕਿ ਤੁਸੀਂ ਉਹਨਾਂ ਨੂੰ ਦਿਓ ਜਾਂ ਉਹਨਾਂ ਕੋਲ ਜਾਓ ਜਿਨ੍ਹਾਂ ਦਾ ਕੋਈ ਨਹੀਂ। ਇਹਦੇ ਵਿੱਚੋਂ ਜਿਹੜਾ ਸਵਾਲ ਉੱਠਦਾ ਕਿ ਅੱਜ ਕ੍ਰਿਸਮਸ ਸੈਲੀਬ੍ਰੇਸ਼ਨ ਦਾ ਮਤਲਬ ਨਹੀਂ ਤੁਸੀਂ ਲਾਈਟਾਂ ਕਿੰਨੀਆਂ ਲਾ ਰਹੀਆਂ, ਜਿੱਦਾਂ ਤੁਸੀਂ ਦੱਸਿਆ ਸੀ, ਤੁਸੀਂ ਕਿੰਨਾ ਕੁਛ ਖਰਚ ਕਰ ਲਿਆ, ਤੁਸੀਂ ਕਿੰਨੀਆਂ ਕੁ ਦਾਵਤਾਂ ਕਰ ਲਈਆਂ, ਕਿੰਨੇ ਕੁ ਬੈਂਕੁਟ ਹਾਲ ਦੇ ਵਿੱਚ ਗਏ। ਸਵਾਲ ਇਹ ਆ ਕਿ ਅੱਜ ਵੀ ਦੁਨੀਆ 'ਚ, ਜੇ ਮੈਂ ਹਿੰਦੁਸਤਾਨ ਵੀ ਦੇਖਾਂ ਤਾਂ ਦੁਨੀਆ ਸਭ ਤੋਂ ਵੱਡੇ ਪੂਅਰ ਜਿਹੜੇ ਲੋਕ ਹੈ, ਪੂਰੈਸਟ ਆਫ ਦਾ ਵਰਲਡ, ਉਹ ਹਿੰਦੁਸਤਾਨ ਦੇ ਵਿੱਚ। ਦੁਨੀਆ ਵਿੱਚ ਸਭ ਤੋਂ ਅੰਨੇ ਜਿਹੜੇ ਲੋਕ ਹੈਗੇ ਆ, 38 ਮਿਲੀਅਨ ਦੇ ਵਿੱਚੋਂ 17 ਮਿਲੀਅਨ ਲੋਕ ਜਿਹੜੇ ਆ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਨੇ। ਸਭ ਤੋਂ ਇਲਿਟਰੇਟ ਲੋਕ ਜਿਹੜੇ ਆ ਉਹ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ। ਸਭ ਤੋਂ ਵੱਡੀ ਟੀਨੇਜ ਪ੍ਰੋਸਟੀਟਿਊਸ਼ਨ ਹਿੰਦੁਸਤਾਨ ਦੇ ਵਿੱਚ ਹੁੰਦੀ ਹੈ। ਤੇ ਜਦੋਂ ਯਸਾਇਆ ਨਬੀ ਦਾ ਸਹੀਫਾ ਪੜ੍ਹ ਕੇ ਯਿਸੂ ਮਸੀਹ ਨੇ ਇਹ ਕਿਹਾ ਸੀ, ਮੈਂ ਆਇਆ ਟੁੱਟੇ ਹੋਏ ਦਿਲਾਂ ਨੂੰ ਜੋੜਾਂ, ਜ਼ੰਜੀਰਾਂ ਨੂੰ ਤੋੜਾਂ, ਕੈਦੀਆਂ ਨੂੰ ਰਿਹਾਈ ਬਖਸ਼ਾਂ। ਮੇਰਾ ਖਿਆਲ ਦੈਟ ਇਜ਼ ਦ ਸੈਲੀਬ੍ਰੇਸ਼ਨ ਆਫ ਕ੍ਰਿਸਚੈਨਿਟੀ। ਕ੍ਰਿਸਮਸ ਡੇ ਦੀ ਇਹ ਸੈਲੀਬ੍ਰੇਸ਼ਨ ਹੈ। ਅੱਜ ਜੇ ਪੋਪ ਚਾਹੇ, ਮਾਫ ਕਰਨਾ, ਅੱਜ ਜੇ ਪੋਪ ਚਾਹੇ, ਇੱਡੀ ਅਮੀਰ ਜਿਹੜੀ ਮਤਲਬ ਰੀਅਲ ਸਟੇਟ ਹੈ ਦੁਨੀਆ ਦੇ ਵਿੱਚ ਕੋਈ ਨਹੀਂ ਜਿੰਨਾ ਪੋਪ ਦੇ ਕੋਲ ਹੈਗਾ। ਜੇ ਚਾਹੇ ਦੁਨੀਆ ਦੇ ਵਿੱਚ ਹਰ ਸ਼ਖਸ ਨੂੰ ਉਹ ਰੋਟੀ ਖਵਾ ਸਕਦੇ, ਬਟ ਦੇ ਡੋਂਟ ਡੂ ਇਟ। ਅਮਰੀਕਾ ਬੰਬ ਤੇ ਮਿਜ਼ਲ ਤਾਂ ਬਣਾ ਸਕਦਾ, ਸਿਬਰ ਜੈਟਸ ਜਾਂ ਫੈਂਟਮ 23 ਤੱਕ ਤਾਂ ਪੈਦਾ ਕਰ ਸਕਦਾ, ਪਰ ਅਮਰੀਕਾ ਕਿਸੇ ਨੂੰ ਰੋਟੀ ਦੇਵੇ ਤਾਂ ਫਿਰ ਗੱਲ ਬਣਦੀ ਹੈ। ਅੱਜ ਚਰਚ ਸਾਰੀ ਦੁਨੀਆ ਨੂੰ, ਜੇ ਦੁਨੀਆ ਨੇ ਅੱਜ ਅਸੀਂ ਵੀ ਦੇਖਦੇ ਹਾਂ, ਅਸੀਂ ਵੀ ਲੰਗਰ ਲਾਉਣੇ ਹੁਣ, ਪਰ ਮੈਂ ਸੋਚਦਾ ਕਿ ਅੱਜ ਵੀ ਦੁਨੀਆ 'ਚ ਸਭ ਤੋਂ ਵੱਡੀਆਂ ਚੈਰਿਟੀਜ਼ ਜਿਹੜੀਆਂ ਉਹ ਕ੍ਰਿਸਚਨ ਚੈਰਿਟੀਜ਼ ਹੈ। ਤੇ ਜੇ ਉਹ ਦੁਨੀਆ ਨੂੰ ਰੋਟੀ ਦੇ ਸਕਦੇ ਆ, ਤਾਂ ਉੱਥੇ ਦੇ ਲੋਕ ਜਿਹੜੇ ਗਲਤ ਕੰਮ ਕਰਦੇ, ਲੋਕਾਂ ਨੂੰ ਗੁਲਾਮ ਬਣਾਉਂਦੇ, ਲੋਕਾਂ ਨੂੰ ਕੈਦਾਂ ਦੇ ਵਿੱਚ ਪਾਉਂਦੇ, ਉਹਨਾਂ ਦੇ ਉੱਤੇ ਪ੍ਰੈਸ਼ਰਾਈਜ਼ ਵੀ ਪਾ ਸਕਦੇ ਕਿ ਸਟਾਪ ਦੈਟ ਨੌਨਸੈਂਸ, ਡੋਂਟ ਮੇਕ ਪੀਪਲ ਸਲੇਵਸ। ਅੱਜ ਰਿਹਾਈ ਦਾ ਦਿਨ ਹੈ, ਅੱਜ ਰਿਹਾਈ ਦਾ ਦਿਨ ਹੈ। ਯਿਸੂ ਮਸੀਹ ਆਇਆ ਤੇ ਉਹ ਰਿਹਾਈ ਦੇਣ ਆਇਆ, ਦੈਟ ਡਿਲੀਵਰੈਂਸ। ਤੇ ਇਸ ਲਈ ਸਾਡੀ ਲੋੜ ਬਣਦੀ ਕਿ ਅਸੀਂ ਲੋਕਾਂ ਨੂੰ ਡਿਲੀਵਰੈਂਸ ਦਈਏ। ਦੈਟਸ ਏ ਰੀਅਲ ਕ੍ਰਿਸਮਸ। ਅੱਛਾ ਡਾਕਟਰ ਸਾਹਿਬ, ਜਿਹੜੇ ਕ੍ਰਿਸਚਨ ਧਰਮ ਦੇ ਸਭ ਤੋਂ ਵੱਡੇ ਆਗੂ ਨੇ ਮੌਜੂਦਾ ਦੌਰ ਵਿੱਚ ਪੋਪ, ਉਹਨਾਂ ਦਾ ਹਰ ਸਾਲ ਮੈਸੇਜ ਆਉਂਦਾ ਹੋਏਗਾ। ਇਸ ਸਾਲ ਦੀ ਕ੍ਰਿਸਮਸ ਵਾਸਤੇ ਉਹਨਾਂ ਦਾ ਕੋਈ ਖਾਸ ਮੈਸੇਜ, ਤੇ ਅਸਲ 'ਚ ਮੈਸੇਜ ਉਹਦਾ ਹੋਣਾ ਕੀ ਚਾਹੀਦਾ? ਕਿ ਮਤਲਬ ਜੇ ਕ੍ਰਿਸਮਸ ਆ ਇਹਨੂੰ ਕਿਸ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ, ਤੇ ਇਹ ਮੈਸੇਜ ਜਿਹੜਾ ਆ ਇਹ ਕੀ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਰੀ ਦੁਨੀਆ ਤੱਕ ਪਹੁੰਚੇ? ਵੈਰੀ ਨਾਈਸ ਕੁਐਸਚਨ।
73 ਦੀ ਗੱਲ ਹੈ, ਜਦੋਂ ਆਇਰਲੈਂਡ ਦੀ ਤੇ ਇੰਗਲੈਂਡ ਦੀ ਵਾਰ ਹੋ ਰਹੀ ਸੀ, ਤੇ ਮੈਂ ਉਦੋਂ ਪੋਪ ਨੂੰ ਇੱਕ ਲੈਟਰ ਲਿਖਿਆ ਸੀ ਜਿਹਦੇ ਵਿੱਚ ਮੈਂ ਇਹ ਕਿਹਾ ਸੀ ਕਿ ਅੱਜ ਤੂੰ ਆ ਕੇ ਆਇਰਲੈਂਡ ਦੇ ਵਿੱਚ ਖੜਾ ਹੋ ਜਾਏ ਇਸ ਕ੍ਰਿਸਮਸ ਦੇ ਵਿੱਚ, ਤੇ ਕਵੇਂ ਮੈਨੂੰ ਮਾਰ ਦਿਓ, ਬਟ ਆਈ ਡੋਂਟ ਵਾਂਟ ਯੂ ਟੂ ਸ਼ੈਡ ਬਲੱਡ, ਤੇ ਜੰਗ ਉੱਥੇ ਬੰਦ ਹੋ ਜਾਏਗੀ। ਅੱਜ ਵੀ ਪੋਪ ਜੇ ਇਹ ਰਿਜ਼ੋਲਵ ਬਣਾ ਲੈ ਕਿ ਮੈਂ ਦੁਨੀਆ ਦੇ ਵਿੱਚ ਜੰਗ ਨਹੀਂ ਹੋਣ ਦੇਣੀ, ਤਾਂ ਲੋਕ ਜਿਹੜੇ ਉਹਦੀ ਗੱਲ ਮੰਨਣਗੇ। ਤੇ ਜਿਹੜਾ ਮੈਸੇਜ ਆ ਜੋ ਮੈਂ ਅੱਜ ਕਹਿ ਰਿਹਾ, ਇਹੋ ਹੀ ਮੈਸੇਜ ਉਹਦਾ ਹੋਣਾ ਚਾਹੀਦਾ ਕਿ ਦੁਨੀਆ ਦੇ ਵਿੱਚ ਅਸੀਂ ਭੁੱਖ ਨਹੀਂ, ਲੋਕਾਂ ਨੂੰ ਭੁੱਖੇ ਨਹੀਂ ਮਰਨ ਦੇਣਾ। ਲੋਕਾਂ 'ਚ ਬਿਮਾਰੀ ਤੇ ਭੁਜਾਲ ਤੇ ਦੁਨੀਆ ਦੇ ਵਿੱਚ ਜਿਹੜੀਆਂ ਜੰਗ ਖਾਨਾ ਜੰਗੀ ਤੇ ਜਿਹਨੇ ਐਟਮ ਬੰਬ ਤੇ ਮਿਜ਼ਲਸ ਬਣ ਰਹੀਆਂ, ਸਟਾਪ ਇਟ। ਪੀਪਲ ਵਿਲ ਐਗਰੀ ਕਿ ਯੈਸ ਇਟ ਵਿਲ ਮੇਕ ਸੈਂਸ। ਇਹ ਉਹਦਾ ਮੈਸੇਜ ਹੋਣਾ ਚਾਹੀਦਾ। ਉਹਦਾ ਇਹ ਮੈਸੇਜ ਹੋਣਾ ਚਾਹੀਦਾ ਕਿ ਅੱਜ ਦੁਨੀਆ 'ਚ ਨਫ਼ਰਤ ਤੇ ਜੰਗ ਤੇ ਕਤਲ ਗਾਰਤ ਜਿਹੜੀ ਹੋ ਰਹੀ ਹੈ, ਭਾਵੇਂ ਇਸਲਾਮ ਦੀ ਆ ਜਾਂ ਜਿਹੜੀ ਹਿੰਦੁਸਤਾਨ 'ਚ ਜਾਂ ਕ੍ਰਿਸਚਨ ਵਰਲਡ ਦੀ ਆ, ਸਟਾਪ ਇਟ ਵਨਸ ਫॉर ਆਲ। ਦੈਟ ਸ਼ੁਡ ਬੀ ਹਿਸ ਮੈਸੇਜ। ਬਿਲਕੁਲ ਡਾਕਟਰ ਸਾਹਿਬ, ਆਖਰੀ ਸਵਾਲ ਮੇਰਾ ਇਹ ਆ, ਤੁਸੀਂ ਕਹਿ ਰਹੇ ਹੋ ਕਿ ਪੋਪ ਅਗਰ ਚਾਹਣ ਤੇ ਜੰਗ ਕਿਤੇ ਨਹੀਂ ਹੋ ਸਕਦੀ, ਕੀ ਬਾਕੀ ਧਰਮਾਂ ਦੀ ਗੱਲ ਛੱਡੋ, ਮੈਨੂੰ ਨਹੀਂ ਪਤਾ ਉਹ ਪੋਪ ਰਾਂ ਦਾ ਕਿੰਨਾ ਕੁ ਮੰਨਣਗੇ, ਕਿ ਜਿਹੜਾ ਕ੍ਰਿਸਚੈਨਿਟੀ ਦੇ ਜਿੰਨੇ ਸੈਕਟ ਨੇ ਉਹ ਸਾਰੇ ਮੌਜੂਦਾ ਪੋਪ ਨੂੰ ਉਹ ਆਗੂ ਮੰਨਦੇ ਨੇ ਆਪਣਾ? ਦੇਖੋ ਜੀ, ਜਿੱਥੇ ਸਵਾਲ ਹੈਗਾ ਮੰਨਣ ਨਾ ਮੰਨਣ, ਮੈਂ ਵੀ ਨਹੀਂ ਮੰਨਦਾ, ਪਰ ਮੈਂ ਇੱਕ ਗੱਲ ਮੰਨਦਾ ਕਿ ਜੇ ਉਹ ਇੰਨੇ ਲੋਕਾਂ ਦਾ, ਸਭ ਤੋਂ ਜ਼ਿਆਦਾ ਕੈਥੋਲਿਕ ਲੋਕ ਹੈਗੇ ਵਰਲਡ ਦੇ ਵਿੱਚ, ਜੇ ਉਹਨਾਂ ਦਾ ਲੀਡਰ ਆ, ਤੇ ਐਜ਼ ਅ ਲੀਡਰ ਜਦੋਂ ਇੱਕ ਜਿਹੜੀ ਮੈਸੇਜ ਦੀ ਮੈਂ ਗੱਲ ਕੀਤੀ ਕਿ ਉਹ ਕਵੇ ਕਿ ਦੁਨੀਆ 'ਚ ਜੰਗ ਨਹੀਂ ਹੋਣੀ ਚਾਹੀਦੀ, ਕਿਹੜਾ ਬੰਦਾ ਜਿਹੜਾ ਕਹੇਗਾ ਹੋਣੀ ਚਾਹੀਦੀ? ਬਿਲਕੁਲ, ਭਾਵੇਂ ਉਹ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਕਹਿਣਾ ਚਾਹੇਗਾ, ਕਹੇਗਾ ਕਿ ਨਹੀਂ ਹੋਣੀ ਚਾਹੀਦੀ। ਕਿਹੜਾ ਬੰਦਾ ਇਹ ਚਾਹੇਗਾ ਕਿ ਭੁੱਖੇ ਲੋਕ ਮਰ ਜਾਣ? ਦੇ ਵਿਲ ਐਗਰੀ। ਸਵਾਲ ਤਾਂ ਇਹ ਆ ਕਿ ਕੀ ਉਹ ਇਹਨਾਂ ਚੀਜ਼ਾਂ ਦੇ ਉੱਤੇ ਪੂਰੇ ਉਤਰਦੇ ਆ ਜਾਂ ਨਹੀਂ ਉਤਰਦੇ। ਹੁਣ ਦੇਖੋ, ਐਡਮਿਨਿਸਟ੍ਰੇਸ਼ਨ ਜਿਹੜੀ ਹੈ ਨਾ ਕਿਸੇ ਧਰਮ ਦੀ ਚਲਾਉਣ ਦੀ, ਐਡਮਿਨਿਸਟ੍ਰੇਸ਼ਨ ਜਿਹੜੀ ਉਹ ਬਾਅਦ 'ਚ ਆਉਂਦੀ। ਪਹਿਲੀ ਚੀਜ਼ ਇਹ ਆ, ਜਿੱਦਾਂ ਆਪਾਂ ਨੇ ਕਾਨਸੈਪਟ ਹੈਗਾ ਪੀਰੀ ਤੇ ਮੀਰੀ ਦਾ, ਜਦ ਤੱਕ ਪੀਰੀ ਦਾ ਕਾਨਸੈਪਟ ਸਟਰੋਂਗ ਰਹੇਗਾ, ਮੀਰੀ ਉਹਦੇ ਅਧੀਨ ਚੱਲੂਗੀ। ਦੈਟਸ ਵਾਟ ਆਈ ਬਿਲੀਵ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਵਧੀਆ ਸਾਨੂੰ ਇਸ ਮੌਕੇ 'ਤੇ ਗੱਲਾਂ ਬਾਤਾਂ ਦੱਸੀਆਂ ਨੇ। ਬਹੁਤ ਸਾਰੇ ਸਵਾਲ ਹੋਰ ਹੋ ਸਕਦੇ, ਸਮਾਂ ਕਾਫੀ ਹੋ ਗਿਆ। ਉਮੀਦ ਕਰਾਂਗੇ ਇੱਕ ਅੱਧਾ ਪ੍ਰੋਗਰਾਮ ਆਪਾਂ ਹੋਰ ਇਹਨਾਂ ਦਿਨਾਂ ਦੇ ਸੰਬੰਧ ਵਿੱਚ ਜ਼ਰੂਰ ਕਰਾਂਗੇ। ਆਪਾਂ ਨਵੇਂ ਸਾਲ ਤੇ ਵੀ ਕਰਾਂਗੇ। ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ, ਤੁਹਾਡੇ ਖਾਨਦਾਨ ਨੂੰ, ਬੱਚਿਆਂ ਨੂੰ ਮੈਰੀ ਕ੍ਰਿਸਮਸ ਜੀ। ਤੁਹਾਨੂੰ ਵੀ ਸਭ ਨੂੰ, ਆਪਣੇ ਸਾਰੇ ਦਰਸ਼ਕਾਂ ਨੂੰ, ਡਾਕਟਰ ਸਾਹਿਬ ਤੁਹਾਨੂੰ, ਤੁਹਾਡੇ ਸਾਰੇ ਦੋਸਤਾਂ ਦੇ ਪਰਿਵਾਰਾਂ ਨੂੰ ਮੈਰੀ ਕ੍ਰਿਸਮਸ ਕਹਿੰਦੇ ਅਸੀਂ ਆਪਣੇ ਇਸ ਪਲੇਟਫਾਰਮ ਤੋਂ। ਤੇ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਸਾਲ ਪਿਛਲੇ 2 ਨਿਕਲੇ ਆ ਉਹ ਕਾਫੀ ਔਖੇ ਨਿਕਲੇ ਆਪਣੇ ਸਾਰਿਆਂ ਦੇ, ਤੇ ਹੁਣ ਪਰਮਾਤਮਾ ਕਿਰਪਾ ਕਰੇਗਾ ਕਿ ਨਵਾਂ ਸਾਲ ਚੜ੍ਹਨਾ ਆ, ਉਦੋਂ ਜਿਹੜੀਆਂ ਇਹ ਚੀਜ਼ਾਂ ਤੋਂ ਅਸੀਂ ਸ਼ਾਇਦ ਸੁਰਖਰੂ ਹੋ ਸਕੀਏ, ਤੇ ਆਪਾਂ ਆਪੋ ਆਪਣੇ ਅਕੀਦੇ ਮੁਤਾਬਕ ਇਹ ਦੁਆ ਵੀ ਕਰੀਏ, ਕੋਸ਼ਿਸ਼ ਵੀ ਕਰੀਏ ਕਿ ਆਪਾਂ ਨਵੇਂ ਢੰਗ ਦੀ ਜ਼ਿੰਦਗੀ ਕਰਨਾ ਨਹੀਂ ਚਾਹੁੰਦੇ। ਜੀ ਬਿਲਕੁਲ ਬਿਲਕੁਲ। ਸੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਧੰਨਵਾਦ, ਥੈਂਕ ਯੂ।